ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਮਨਾਂ ਦੇ ਵਿੱਚੋਂ ਦੀ ਭਰਮ ਭੁਲੇਖੇ ਦੂਰ ਕਰਦਿਆਂ ਜੀਵਨ ਜਾਚ ਸਤਿਗੁਰੂ ਜੀ ਸਿਖਾ ਰਹੇ ਨੇ, ਤਾਂ ਕਿ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦਾ ਜਾਪ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਦਿਆਂ ਜੀਵਨ ਜਾਚ ਦੇ ਨਾਲ ਜੀਵਨ ਮੁਕਤ ਵਾਲੀ ਅਵਸਥਾ ਵੀ ਬਣ ਜਾਏ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਹੁਣ ਅੱਗੇ ਨੂੰ ਚਾਲੇ ਪਾ ਕੇ ਕਿਸ ਇਲਾਕੇ ਵਿੱਚ ਪਹੁੰਚਦੇ ਨੇ। ਕਵੀ ਸੰਤੋਖ ਸਿੰਘ ਜੀ ਇਤਿਹਾਸ ਦਾ ਜ਼ਿਕਰ ਕਰ ਰਹੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਜੁੜ ਕੇ ਸਰਵਣ ਕਰੀਏ ਜੀ। ਸੁਣ ਸ਼੍ਰੀ ਅੰਗਦ ਕਥਾ ਰਸਾਲਾ। ਇਹ ਪਾਵਨ ਇਤਿਹਾਸ ਭਾਈ ਬਾਲਾ ਜੀ ਵੱਲੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਬੈਠ ਕੇ ਸੁਣਾਇਆ ਜਾ ਰਿਹਾ ਹੈ। ਭਾਈ ਬਾਲਾ ਜੀ ਕਹਿੰਦੇ, ਸੁਣ ਸ਼੍ਰੀ ਅੰਗਦ ਕਥਾ ਰਸਾਲਾ। ਇਹ ਸਤਿਗੁਰੂ ਪਾਤਸ਼ਾਹ ਜੀ ਰਸ ਨਾਲ ਭਰੀ, ਆਨੰਦ ਨਾਲ ਭਰੀ ਇਹ ਜੋ ਕਥਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੀ, ਅਗਲੇਰੇ ਪ੍ਰਸੰਗ ਨੂੰ ਸੁਣਨਾ ਕਰੋ ਜੀ। ਆਗੇ ਗਮਨੇ ਬਹੁਤ ਕਿਰਪਾਲਾ। ਕਿਰਪਾ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਅਗਲੇ ਇਲਾਕੇ ਵੱਲ ਨੂੰ ਚੱਲੇ ਹਨ। ਜਗਨਨਾਥ ਕੋ ਜੈ ਸਥਾਨਾ। ਚਲਦਿਆਂ ਗੁਰੂ ਪਾਤਸ਼ਾਹ ਜੀ ਜਗਨਨਾਥਪੁਰੀ ਇਸ ਇਲਾਕੇ ਦੇ ਵਿੱਚ ਆ ਪਹੁੰਚੇ ਹਨ। ਤਾਹਾਂ ਜਾਏ ਪਹੁੰਚੇ ਗਤ ਦਾਨਾ। ਗਤ ਦਾਨਾ, ਗਤੀ ਭਾਵ ਮੁਕਤੀ ਦੀ ਦਾਤ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮੰਦਰ ਕੇ ਦਰ ਪਰ ਜਾਈ। ਜੋ ਜਗਨਨਾਥਪੁਰੀ ਵਿੱਚ ਜਗਨਨਾਥ ਦਾ ਮੰਦਰ ਹੈ, ਉਸ ਮੰਦਰ ਦੇ ਦਰਵਾਜ਼ਾ ਸਤਿਗੁਰੂ ਜੀ ਇੱਥੇ ਆ ਪਹੁੰਚੇ ਹਨ। ਬੈਠੇ ਕੇਤਿਕ ਕਾਲ ਤੇ ਥਾਈ। ਕਾਫੀ ਸਮਾਂ ਮਹਾਰਾਜ ਨੇ ਇੱਥੇ ਬੈਠਣਾ ਕੀਤਾ। ਜਿਹੜੇ ਜਗਨਨਾਥ ਦੇ ਮੰਦਰ ਵਿੱਚ ਲੋਕ ਆ ਰਹੇ ਨੇ, ਜਾ ਰਹੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇਤਕ ਕਾਲ ਕੁਝ ਸਮਾਂ ਜਿਹੜਾ ਇੱਥੇ ਆ ਕੇ ਬੈਠੇ ਹਨ। ਸੰਧਿਆ ਕਾਲ ਪਹੁੰਚਿਓ ਜਬਗੀ। ਤੇ ਜਦੋਂ ਹੋਇਆ ਸੰਧਿਆ ਦਾ ਅਰਥ ਸੰਧੀ ਹੋਣਾ। ਸੰਧੀ ਦਾ ਮਤਲਬ ਹੈ ਜਦੋਂ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੋਵੇ, ਜਿਹਨੂੰ ਆਪਾਂ ਸ਼ਾਮ ਦਾ ਵੇਲਾ ਕਹਿੰਦੇ ਹਾਂ। ਸੰਧੀ ਦਾ ਮਤਲਬ ਦੋ ਚੀਜ਼ਾਂ ਦਾ ਆਪਸ ਵਿੱਚ ਜੁੜਨਾ। ਸੰਧਿਆ ਵੇਲਾ ਭਾਵ ਸ਼ਾਮ ਦਾ ਸਮਾਂ। ਜਦੋਂ ਇਹ ਸ਼ਾਮ ਦਾ ਸਮਾਂ ਹੋ ਚੁੱਕਾ ਹੈ, ਸਭ ਪੰਡੇ ਮਿਲ ਆਏ ਤਬੀਹੀ। ਪੰਡੇ ਦਾ ਅਰਥ ਹੈ ਪੰਡਤ। ਜਿਹੜੇ ਇਸ ਜਗਨਨਾਥ ਮੰਦਰ ਦੇ ਪੰਡਤ ਨੇ ਉਹ ਮਿਲ ਕੇ ਆਏ ਹਨ। ਕਰਨੇ ਲਗੇ ਆਰਤੀ ਤਬਹਾ। ਉਹ ਆਪਣੇ ਮੁਤਾਬਕ ਜੋ ਆਰਤੀ ਜਿਵੇਂ ਕਰਦੇ ਆ ਉਸੇ ਤਰ੍ਹਾਂ ਉਹ ਆਰਤੀ ਕਰਨ ਲੱਗ ਪਏ। ਇੱਕ ਥਾਲੀ ਹੈ, ਉਹਦੇ ਵਿੱਚ ਦੀਵੇ ਨੇ, ਉਹਦੇ ਵਿੱਚ ਫੁੱਲ ਨੇ, ਔਰ ਉਹਦੇ ਵਿੱਚ ਜੋ ਸੁਗੰਧੀ ਵਾਸਤੇ ਧੂਪ ਅਗਰਬੱਤੀ, ਇਸ ਤਰ੍ਹਾਂ ਥਾਲੀ ਇੱਕ ਸਜਾ ਕੇ ਤੇ ਆਰਤੀ ਜਿਹੜੀ ਹੈ ਇਹਨਾਂ ਨੇ ਕਰਨਾ ਕੀਤੀ ਹੈ। ਜਗਨਨਾਥ ਕੋ ਮੰਦਰ ਜੇਬਾ। ਜਿਹੜਾ ਇਹ ਜਗਨਨਾਥ ਦਾ ਮੰਦਰ ਹੈ, ਸ੍ਰੀ ਗੁਰੂ ਬੈਠੇ ਰਹੇ ਅਡੋਲਾ। ਸਾਰੇ ਹੀ ਪੰਡਤ ਦੇ ਸਮੇਤ ਜਿੰਨੇ ਵੀ ਲੋਕ ਨੇ ਉਹ ਖਲੋਤੇ ਨੇ ਆਰਤੀ ਵਿੱਚ, ਪਰ ਗੁਰੂ ਸਾਹਿਬ ਮਹਾਰਾਜ ਜੀ ਉੱਥੇ ਜਿੱਥੇ ਬੈਠੇ ਨੇ ਉਹ ਆਪਣੀ ਜਗ੍ਹਾ ਤੇ ਹੀ ਬੈਠੇ ਹਨ। ਠਾਡੇ ਪਏ ਨਾ ਕਛ ਮੁਖ ਬੋਲਾ। ਆਪਣੇ ਮੁਖ ਤੋਂ ਕੁਝ ਬੋਲਿਆ ਵੀ ਨਾ, ਔਰ ਠਾਡੇ ਦਾ ਅਰਥ ਹੈ ਖਲੋਤੇ ਵੀ ਕੋਈ ਨਹੀਂ, ਜਿਵੇਂ ਆ ਕੇ ਬੈਠੇ ਨੇ ਬਸ ਉਸੇ ਤਰ੍ਹਾਂ ਬੈਠੇ ਹਨ। ਤੈ ਚਿਨ ਪੰਡੇ ਰਸੁਰ ਤਾਰੀ। ਜਦੋਂ ਇਹਨਾਂ ਨੇ ਆਪਣੀ ਆਰਤੀ ਪੰਡਤਾਂ ਨੇ ਆਪਣੀ ਆਰਤੀ ਜਿਹੜੀ ਹੈ ਆਪਣੇ ਢੰਗ ਤਰੀਕੇ ਨਾਲ ਕੀਤੀ, ਤੇ ਜਦੋਂ ਵੇਖਿਆ ਵੀ ਇਹ ਗੁਰੂ ਨਾਨਕ ਸਾਹਿਬ ਜੀ ਵੱਲ ਇਹ ਭਲਾ ਪੁਰਸ਼ ਜਿਹੜਾ ਆਇਆ, ਇਹਦੇ ਨਾਲ ਇਹਦੇ ਸਾਥੀ ਆਏ ਨੇ, ਇਹਨਾਂ ਵਿੱਚੋਂ ਕੋਈ ਵੀ ਨਹੀਂ ਖਲੋਤਾ। ਅਸੀਂ ਸਾਰਿਆਂ ਨੇ ਖਲੋ ਕੇ ਆਰਤੀ ਕੀਤੀ ਹੈ, ਪਰ ਇਹਨਾਂ ਚੋਂ ਕੋਈ ਵੀ ਨਹੀਂ ਖਲੋਤਾ। ਉਸੇ ਵੇਲੇ ਰਿਸ ਮੈਨੇ ਗੁੱਸਾ ਉਰਤਾਰੀ, ਹਿਰਦਾ ਗੁੱਸੇ ਦੇ ਨਾਲ ਭਰ ਗਿਆ। ਆਨ ਸਮੀਪ ਗਿਰਾ ਉਤਾਰੀ। ਔਰ ਗੁੱਸੇ ਨਾਲ ਭਰੇ ਹੋਏ ਇਹ ਪੰਡਤ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਆਖਦੇ ਹਨ, ਕੋ ਹੈ ਤੂੰ ਕਹਿ ਥਲ ਤੇ ਆਇਓ। ਹੁਣ ਧਿਆਨ ਰੱਖਿਓ, ਗੁੱਸੇ ਵਿੱਚ ਬੰਦਾ ਪਿਆਰ ਨਾਲ ਤੇ ਪੁੱਛਦਾ ਨਹੀਂ। ਗੁੱਸੇ ਵਿੱਚ ਆ ਕੇ ਕਹਿੰਦੇ ਕੋ ਹੈ ਤੂੰ, ਕੌਣ ਹੈ ਤੂੰ? ਇਸ ਤਰ੍ਹਾਂ ਆ ਕੇ ਇਹਨਾਂ ਨੇ ਪੁੱਛਿਆ, ਕਹਿੰਦੇ ਕਹਿ ਬਲ ਤੇ ਥਲ ਤੇ ਆਇਓ, ਕਿਹੜੀ ਜਗ੍ਹਾ ਤੋਂ ਤੂੰ ਆਇਆ? ਇਸ ਤਰ੍ਹਾਂ ਗੁੱਸੇ ਵਿੱਚ ਆ ਕੇ ਪੁੱਛਿਆ ਹੈ ਅਣਜਾਣ ਭੇਦ ਨਾ ਪਾਇਓ। ਤੂੰ ਅਣਜਾਣ ਹੈ, ਤੈਨੂੰ ਇਸ ਥਾਂ ਦਾ ਭੇਦ ਨਹੀਂ, ਤੈਨੂੰ ਇਹ ਨਹੀਂ ਪਤਾ ਕਿ ਅਸੀਂ ਆਰਤੀ ਕਰ ਰਹੇ ਸਾਂ। ਸਭ ਨੇ ਆਰਤੀ ਖਰੇ ਉਤਾਰੀ। ਸਾਰਿਆਂ ਨੇ ਆਰਤੀ ਜਿਹੜੀ ਉਤਾਰੀ ਹੈ ਉਹ ਖਲੋ ਕੇ ਆਰਤੀ ਉਤਾਰੀ ਹੈ। ਤੂੰ ਬੈਠੇ ਹੋ ਰੇ ਕੋ ਕੇ ਬਾਰੀ। ਹੁਣ ਫਿਰ ਧਿਆਨ ਰੱਖਿਓ, ਇਹ ਤੂੰ ਸ਼ਬਦ ਜਿਹੜਾ ਹੈ ਇਹ ਕ੍ਰੋਧ ਵਿੱਚ ਗੁੱਸੇ ਵਿੱਚ ਆ ਕੇ ਕਹਿ ਰਿਹਾ, ਕਹਿਣ ਲੱਗੇ ਤੁਸੀਂ ਸਾਡੇ ਨਾਲ ਸਾਰਿਆਂ ਨਾਲ ਇਹ ਖਲੋ ਕੇ ਆਰਤੀ ਵਿੱਚ ਸ਼ਾਮਲ ਕਿਉਂ ਨਹੀਂ ਹੋਣਾ ਕੀਤਾ? ਜਗਨਨਾਥ ਕੋ ਭਾਵਨਾ ਕੀਨੋ। ਇਹ ਜਗਨਨਾਥ ਦਾ ਅਦਬ ਸਤਿਕਾਰ ਤੁਹਾਡੇ ਅੰਦਰ ਨਹੀਂ ਹੈ? ਇਹ ਉਹਨਾਂ ਦਾ ਤੁਹਾਡੇ ਅੰਦਰ ਕੋਈ ਭਾਵਨਾ ਉਹਨਾਂ ਦੇ ਪ੍ਰਤੀ ਤੁਹਾਡੇ ਅੰਦਰ ਨਹੀਂ, ਜੋ ਤੁਸੀਂ ਇੱਥੇ ਖਲੋਣਾ ਨਹੀਂ ਕੀਤਾ? ਉਠਿਓ ਨੇ ਤੈ ਚਿਨ ਕਿਆ ਚੀਨੋ। ਕਹਿੰਦੇ ਇਹ ਕੀ ਕੀਤਾ? ਉਠਿਓ ਨਾ, ਕਿਉਂ ਨਹੀਂ ਉੱਠਣਾ ਕੀਤਾ? ਸੁਣ ਕਰ ਜਗ ਗੁਰ ਭਜਨ ਬਖਾਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਸਕਰਾਏ ਨੇ, ਕਿਉਂਕਿ ਆਉਣ ਦਾ ਮਕਸਦ ਹੈ ਨਾ ਗੁਰੂ ਨਾਨਕ ਸਾਹਿਬ ਦਾ। ਨਹੀਂ ਤਾਂ ਕੀ ਲੋੜ ਸੀ ਗੁਰੂ ਸਾਹਿਬ ਨੂੰ ਮੰਦਰ ਦੇ ਕੋਲ ਆ ਕੇ ਬੈਠਣ ਦੀ? ਜੇ ਆਏ ਨੇ ਤੇ ਕਿਸੇ ਮਕਸਦ ਕਰਕੇ ਹੀ ਆਏ ਨੇ। ਸਤਿਗੁਰੂ ਮਹਾਰਾਜ ਨੇ ਮੁਸਕਰਾ ਕੇ ਅੱਗੋਂ ਆਖਣਾ ਕੀਤਾ, ਸਦਾ ਆਰਤੀ ਹਮ ਪਹਿਚਾਨੇ। ਕਹਿੰਦੇ ਪੰਡਤ ਜੀ ਤੁਸੀਂ ਤਾਂ ਆਰਤੀ ਜਿਹੜੀ ਹੈ ਕੁਝ ਸਮੇਂ ਲਈ ਕਰਦੇ ਹੋ, ਪਰ ਮੈਂ ਤੇ ਹਰ ਵੇਲੇ ਆਰਤੀ ਜਾਂ ਉਹਦੀ ਹਰ ਵੇਲੇ ਆਰਤੀ ਹੋ ਰਹੀ ਹੈ। ਜਿਹਦੀ ਆਰਤੀ ਮੈਂ ਕਰਦਾ ਨਾ ਉਹਦੀ ਆਰਤੀ ਤਾਂ ਹਰ ਟਾਈਮ ਹਰ ਸਮੇਂ ਹੋ ਰਹੀ ਹੈ। ਸਰਬ ਸਿਰਮਣ ਜਸ ਪ੍ਰਭੂ ਉੱਚੇ। ਮੈਂ ਆਰਤੀ ਕਰਦਾ ਜਿਹੜਾ ਸਭ ਤੋਂ ਉੱਚਾ ਸ਼੍ਰੋਮਣ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਉਹਦੀ ਆਰਤੀ ਕਰਦਾ ਹਾਂ। ਕਰੇ ਆਰਤੀ ਤਜ ਮਨ ਸੁਚੇ। ਕਹਿੰਦੇ ਮੈਂ ਐਸੀ ਆਰਤੀ ਕਰਦਾ ਜਿਹਦੇ ਨਾਲ ਮਨ ਵਿੱਚ ਪਵਿੱਤਰਤਾ ਬਣਦੀ ਹੈ, ਮਨ ਵਿੱਚ ਸੁਚਮਤਾ ਬਣਦੀ ਹੈ। ਅਸੀਂ ਤਨ ਨੂੰ ਸੁੱਚਾ ਕਰਨ ਵਿੱਚ ਹੀ ਲੱਗੇ ਹੋਏ ਹਾਂ। ਅਸੀਂ ਕਹਿੰਦੇ ਹੱਥ ਧੋਲੇ ਤੇ ਸੁੱਚੇ ਹੋ ਗਏ, ਪੈਰ ਧੋਲੇ ਤੇ ਸੁੱਚੇ ਹੋ ਗਏ। ਅਸੀਂ ਮੁੱਖ ਵਿੱਚ ਪਾਣੀ ਭਰ ਕੇ ਕੁਰਲੀ ਕੀਤੀ, ਅਸੀਂ ਕਿਹਾ ਮੁੱਖ ਸੁੱਚਾ ਹੋ ਗਿਆ, ਪਰ ਮਹਾਰਾਜ ਕਹਿੰਦੇ ਤਨ ਧੋਣ ਦੇ ਨਾਲ ਮਨ ਸੁੱਚਾ ਨਹੀਂ ਨਾ ਹੋਇਆ। ਮਨ ਤੇ ਮੈਲੇ ਦਾ ਮੈਲਾ ਹੈ। ਸੂਚੇ ਇਹਨਾਂ ਆਖੀਆਂ ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਹਦੇ ਮਨ ਵਿੱਚ ਵਸਿਆ ਨਾ ਨਾਮ, ਉਹ ਅਸਲ ਵਿੱਚ ਪਵਿੱਤਰ ਹੈ। ਸਾਹਿਬ ਜੀ ਕਹਿੰਦੇ ਜਿਹਦੀ ਮੈਂ ਆਰਤੀ ਕਰਦਾ ਜਾਂ ਹੋ ਰਹੀ ਹੈ, ਹਰ ਟਾਈਮ ਹੋ ਰਹੀ ਹੈ, ਉਹ ਇਸ ਤਰ੍ਹਾਂ ਹੈ ਕਿ ਆਰਤੀ ਜਿਹੜੀ ਆ ਮਨ ਨੂੰ ਅੰਦਰ ਪਵਿੱਤਰ ਕਰਦੀ ਹੈ। ਉਹ ਮਨ ਨੂੰ ਅੰਦਰ ਸੁਚਮਤਾ ਵਿੱਚ ਲਿਆਉਂਦੀ ਹੈ, ਮਨ ਦੀ ਮਲੀਨਤਾ ਉਹਦੇ ਨਾਲ ਦੂਰ ਹੁੰਦੀ ਹੈ। ਤੇ ਭਗਤ ਸਾਹਿਬਾਨ ਦੇਖੋ, ਇਹ ਜਿਹੜੇ ਪੰਡਿਤ ਲੋਕ ਨੇ ਤੇ ਭਗਤ ਸਾਹਿਬਾਨ, ਇਹਨਾਂ ਦਾ ਆਪਸ ਵਿੱਚ ਟਕਰਾਰ ਹੁੰਦਾ ਰਿਹਾ। ਉਹਨਾਂ ਆਖਿਆ ਜਿਸ ਢੰਗ ਨਾਲ ਤੁਸੀਂ ਕਰਦੇ ਹੋ ਇਦਾਂ ਭੁਲੇਖਾ ਪੈਂਦਾ ਵੀ ਰੱਬ ਤੇ ਛੋਟਾ ਜਿਹਾ ਹੀ ਹੈ। ਇਸ ਛੋਟੇ ਜਿਹੇ ਰੱਬ ਅੱਗੇ ਛੋਟੀ ਜਿਹੀ ਆਰਤੀ ਸਾਨੂੰ ਨਹੀਂ ਇਸ ਜਿਹੜੀ ਗੱਲ ਹਜ਼ਮ ਹੁੰਦੀ। ਤੇ ਭਗਤ ਜੀ ਕਹਿੰਦੇ ਅਸੀਂ ਤੇ ਆਰਤਾ ਦੇ ਰੂਪ ਵਿੱਚ ਕਹਿੰਦੇ ਹਾਂ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇੱਥੇ ਗੁਰੂ ਸਾਹਿਬ ਮਹਾਰਾਜ ਨੇ ਆਖਿਆ, ਕਹਿੰਦੇ ਇਹ ਉਹ ਆਰਤੀ ਹੈ ਜੋ ਮਨ ਨੂੰ ਸੁਚਮਤਾ ਵਿੱਚ ਲਿਆਉਂਦੀ ਹੈ। ਅਲਪ ਆਰਤੀ ਕਿਆ ਤੁਮ ਕਰੋਗੇ? ਆਹ ਤੁਹਾਡੀ ਜਿਹੜੀ ਮੈਂ ਵੇਖ ਰਿਹਾ ਸੀ ਇਹ ਤੇ ਅਲਪ ਹੈ। ਅਲਪ ਦਾ ਅਰਥ ਹੁੰਦਾ ਛੋਟਾ।
ਇਹ ਤਾਂ ਆਰਤੀ ਛੋਟੇ ਤਰੀਕੇ ਦੀ ਹੈ ਤੁਛ ਸੋਚ ਜਾ ਮੈਂ ਸੁਭ ਤਰਗੋ ਔਰ ਇਹਦੇ ਵਿੱਚ ਜਿਹੜੀ ਸਮੱਗਰੀ ਹੈ ਉਹ ਵੀ ਤੁੱਛ ਜਿਹੀ ਹੈ। ਤੁੱਛ ਮੈਨੇ ਥੋੜਾ 4 ਕੁ ਫੁੱਲ ਰੱਖੇ ਹੋਏ ਆ, ਬਸ ਆ ਤੁਸੀਂ ਛੋਟਾ ਜਿਹਾ ਦੀਵਾ ਹੈ, ਛੋਟੇ ਜਿਹੇ ਦੀਵੇ ਵਿੱਚ ਥੋੜਾ ਜਿਹਾ ਤੁਸੀਂ ਆ ਘਿਓ ਤੇਲ ਪਾਇਆ, ਇਹ ਤਾਂ ਥਾਲ ਵੀ ਤੁਹਾਡਾ ਛੋਟਾ ਜਿਹਾ ਹੈ। ਇਸ ਲਈ ਮਹਾਰਾਜ ਨੇ ਆਖਿਆ ਤੁੱਛ ਸੋਚ, ਇਹਦੇ ਵਿੱਚ ਜਿਹੜੀ ਸਮੱਗਰੀ ਹੈ ਉਹ ਵੀ ਥੋੜੀ ਪਾਈ ਹੈ। ਮਨ ਨਿਰਮਲ ਕਰਨੀ ਟਿਕਵਾਗੋ ਇਹਦੇ ਨਾਲ ਤੁਹਾਡਾ ਮਨ ਨਿਰਮਲ ਹੋ ਜਾਏਗਾ, ਇਹਦੇ ਨਾਲ ਕੀ ਤੁਹਾਡਾ ਮਨ ਟਿਕ ਜਾਏਗਾ ਕਿ ਇਸ ਤਰ੍ਹਾਂ ਬਾਹਰੋਂ ਥਾਲੀ ਜਿਹੜੀ ਆ ਘੁਮਾਉਣ ਦੇ ਨਾਲ ਮਨ ਟਿਕਾ ਵਿੱਚ ਆ ਜਾਂਦਾ ਹੈ। ਇੱਕ ਗੱਲ ਸਮਝ ਕੇ ਚੱਲਿਓ, ਜਿਹੜੀ ਗੁਰੂ ਨਾਨਕ ਸਾਹਿਬ ਜੀ ਜਗਨਨਾਥਪੁਰੀ ਦੇ ਲੋਕਾਂ ਨੂੰ ਗੱਲ ਸਮਝਾਉਂਦੇ ਆ ਉਹ ਸਾਨੂੰ ਪਤਾ ਨਹੀਂ ਕਦੋਂ ਸਮਝ ਆਉਣੀ ਹੈ। ਜਿਹੜੀ ਗੁਰੂ ਸਾਹਿਬ ਮਹਾਰਾਜ ਨੇ ਉਹ ਜਿਨ੍ਹਾਂ ਨੂੰ ਨਹੀਂ ਪਤਾ ਉਹ ਆਪਣੇ ਤਰੀਕੇ ਨਾਲ ਆਰਤੀ ਕਰਦੇ ਆ, ਚਲੋ ਬਾਅਦ ਵਿੱਚ ਸਮਝ ਵੀ ਜਾਣਗੇ, ਪਰ ਅਸੀਂ ਤੇ ਗੁਰੂ ਦੇ ਸਿੱਖ ਅਖਵਾ ਕੇ ਫਿਰ ਉਹੀ ਕੰਮ, ਅਸੀਂ ਤੇ ਉਹੀ ਕੁਝ ਕਰ ਰਹੇ ਹਾਂ ਜੋ ਗੁਰੂ ਸਾਹਿਬ ਨੇ ਰੋਕਿਆ। ਅਸੀਂ ਆਖਿਆ ਮਹਾਰਾਜ ਤੁਸੀਂ ਉਹਨਾਂ ਨੂੰ ਰੋਕਿਆ, ਅਸੀਂ ਤੁਹਾਡੇ ਅੱਗੇ ਖਲੋ ਕੇ ਆਰਤੀ ਕਰਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਖਲੋ ਗਏ। ਫਰਕ ਕੀ ਹੋਇਆ ਫਿਰ? ਜਾਂ ਤਾਂ ਗੁਰੂ ਨਾਨਕ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਤੱਕ ਜਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਕਿਹਾ ਹੋਵੇ ਵੀ ਅੱਜ ਤੋਂ ਤੁਸੀਂ ਗ੍ਰੰਥ ਤੇ ਪੰਥ ਨਾਲ ਜੁੜਨਾ ਹੈ, ਤੇ ਜਦੋਂ ਆਰਤੀ ਕਰਨੀ ਹੈ ਨਾ ਤੇ ਫਿਰ ਤੁਸੀਂ ਥਾਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਜਾਣਾ। ਕਿਤੇ ਇਤਿਹਾਸ ਵਿੱਚ ਜਾਂ ਕੋਈ ਐਸਾ ਤੁਹਾਡੇ ਕੋਲ ਕੋਈ ਐਸੀ ਇਤਿਹਾਸਕ ਗਵਾਹੀ ਹੋਵੇ ਤਾਂ ਜ਼ਰੂਰ ਦੱਸ ਦਿਓ, ਸਾਨੂੰ ਵੀ ਪਤਾ ਲੱਗ ਜਾਏ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਥਾਲ ਰੱਖ ਕੇ ਖਲੋ ਕੇ ਇਦਾਂ ਆਰਤੀ ਹੁੰਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਮੈਨੂੰ ਇੱਕ ਗੱਲ ਦੱਸੋ, ਮਨ ਨਿਰਮਲ ਕਿ ਇਦਾਂ ਤੁਹਾਡਾ ਮਨ ਪਵਿੱਤਰ ਹੋ ਜਾਏਗਾ? ਨਹੀਂ ਟਿਕਾਵੋ, ਇਦਾਂ ਤੁਹਾਡਾ ਮਨ ਨਹੀਂ ਟਿਕਣ ਵਾਲਾ, ਇਸ ਤਰ੍ਹਾਂ ਮਨ ਦਾ ਟਿਕਾ ਨਹੀਂ ਬਣੇਗਾ। ਤੋ ਅਬ ਮਤ ਕਿਆ ਫਲ ਤੁਮ ਪਾਵੋ ਤੇ ਦੱਸੋ ਆ ਆਰਤੀ ਜਿਹੜੀ ਤੁਸੀਂ ਥਾਲ ਅੱਗੇ ਰੱਖ ਕੇ ਜੋ ਅਵਤਾਰੀ ਹੈ ਜਾਂ ਥਾਲ ਨੂੰ ਘੁਮਾਇਆ ਹੈ, ਇਹਦੇ ਨਾਲ ਕੀ ਤੁਹਾਨੂੰ ਉਹ ਫਲ ਮਿਲ ਜਾਏਗਾ ਜੋ ਮਨੁੱਖਾ ਜਨਮ ਵਿੱਚ ਫਲ ਦੀ ਪ੍ਰਾਪਤੀ ਕਰਨ ਆਏ ਹੋ? ਪੰਡੇ ਕਹੇ ਆਰਤੀ ਕੈਸੀ ਹੁਣ ਸੁਭਾਵਕ ਹੈ ਆਪਾਂ ਕਿਸੇ ਨੂੰ ਕੋਈ ਕੰਮ ਕਰ ਰਿਹਾ ਹੈ, ਅਸੀਂ ਉਹਨੂੰ ਰੋਕ ਕੇ ਕਵਾਂਗੇ ਵੀ ਭਾਈ ਇਹ ਕੰਮ ਇਦਾਂ ਨਹੀਂ ਹੁੰਦਾ, ਉਹ ਫਿਰ ਗੁੱਸੇ ਜਾ ਕੇ ਕਹਿੰਦਾ ਤੂੰ ਦੱਸ ਦੇ ਕਿੱਦਾਂ ਹੁੰਦਾ। ਕਈ ਵਾਰ ਅਸੀਂ ਵੀ ਸੇਵਾ ਕੋਈ ਕਰਦਾ ਹੋਵੇ ਤੇ ਬੰਦੇ ਦੇ ਅੰਦਰ ਭਾਵਨਾ ਨਾ ਹੋਵੇ, ਤੇ ਫਿਰ ਜੇ ਕੋਈ ਕਹੇ ਵੀ ਆ ਸੇਵਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੁੰਦੀ ਹੈ, ਜੋੜੇ ਇਦਾਂ ਨਹੀਂ ਇਦਾਂ ਝਾੜੇ ਜਾਂਦੇ ਆ, ਬਰਤਨ ਸੰਗਤ ਦੇ ਜੂਠੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਮਾਂਜਣੇ ਆ, ਤੇ ਜੇ ਤਾਂ ਹੋਏਗਾ ਖਾਲੀ ਅੰਦਰੋਂ ਫਿਰ ਤੇ ਉਹ ਬਰਤਨ ਅੱਗੇ ਰੱਖ ਕੇ ਕਹੇਗਾ ਵੀ ਤੂੰ ਮਾਂਜ ਲੈ ਤੈਨੂੰ ਜ਼ਿਆਦਾ ਹੁੰਦੇ ਆ, ਉਹ ਜੋੜੇ ਅੱਗੇ ਕਰਕੇ ਕਹੇਗਾ ਤੂੰ ਝਾੜ ਲੈ ਜੇ ਤੈਨੂੰ ਜ਼ਿਆਦਾ ਹੁੰਦੇ ਆ। ਤੇ ਜੇ ਅੰਦਰ ਭਾਂਡਾ ਭਰਿਆ ਹੋਏਗਾ ਤੇ ਉਹਨੇ ਹੱਥ ਜੋੜ ਕੇ ਕਹਿਣਾ ਸ਼ੁਕਰਾਨਾ ਤੇਰਾ, ਤੂੰ ਮੈਨੂੰ ਦੱਸ ਦਿੱਤਾ ਕਿ ਭਾਂਡੇ ਕਿੱਦਾਂ ਮਾਂਜੀਦੇ ਆ। ਹੁਣ ਇਹ ਅੰਦਰੋਂ ਖਾਲੀ ਤੇ ਖਾਲੀ ਭਾਂਡੇ ਵਾਲੇ ਕਹਿੰਦੇ ਆ ਦੱਸੋ ਆਰਤੀ ਕਿੱਦਾਂ ਹੁੰਦੀ ਹੈ? ਜੇ ਸਾਨੂੰ ਆਰਤੀ ਉਤਾਰਨੀ ਨਹੀਂ ਆਉਂਦੀ ਤਾਂ ਤੁਸੀਂ ਦੱਸ ਦੇਵੋ। ਨਿਤ ਪ੍ਰਤ ਕਰਤ ਰਗੋ ਬਹੁਤ ਐਸੀ ਕਹਿੰਦੇ ਅਸੀਂ ਤੇ ਰੋਜ਼, ਸਾਡਾ ਤੇ ਰੋਜ਼ ਦਾ ਕੰਮ ਹੈ, ਅਸੀਂ ਰੋਜ਼ ਇਹ ਆਰਤੀਆਂ ਉਤਾਰਦੇ ਹਾਂ, ਕੋਈ ਨਵਾਂ ਕੰਮ ਨਹੀਂ ਸਾਡਾ ਤੇ ਨਿਤ ਪ੍ਰਤੀ ਇਹ ਦਿਨ ਕੰਮ ਹੈ। ਤੁਸੀਂ ਅੱਜ ਆ ਕੇ ਸਾਨੂੰ ਇਹ ਕਹਿ ਰਹੇ ਹੋ ਵੀ ਇਹ ਅਲਪ ਹੈ, ਇਹ ਛੋਟੇ ਤਰੀਕੇ ਦੀ ਆਰਤੀ ਹੈ, ਤੇ ਫਿਰ ਤੁਸੀਂ ਦੱਸ ਦਿਓ ਤੁਹਾਨੂੰ ਕਿਹੜੀ ਆਰਤੀ ਦਾ ਪਤਾ ਹੈ। ਤਿਨ ਕੇ ਸੁਣ ਕੇ ਕਿਰਪਾ ਨਿਦਾਨਾ ਕਿਰਪਾ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਇਹਨਾਂ ਪੰਡਤਾਂ ਦੇ ਬੋਲ ਸੁਣ ਕੇ ਅੱਗੋਂ ਫਿਰ ਉਚਾਰਨ ਕਰਦੇ ਹਨ। ਸ਼ਬਦ ਆਰਤੀ ਰੀਤ ਬਖਾਨਾ ਇੱਥੇ ਫਿਰ ਜਗਨਨਾਥਪੁਰੀ ਵਿੱਚ ਮਹਾਰਾਜ ਨੇ ਇੱਕ ਸ਼ਬਦ ਗਾਇਨ ਕੀਤਾ। ਸਭ ਨੇ ਆਖਿਆ ਭਾਈ ਮਰਦਾਨਾ ਜੀ ਰਬਾਬ ਵਜਾਓ। ਆਪਾਂ ਅੱਜ ਉਸ ਕਰਤੇ ਦੀ ਆਰਤੀ ਵੀ ਕਰਨੀ ਆ ਤੇ ਉਹ ਦੱਸਣਾ ਵੀ ਹੈ ਕਿ ਸਾਡੇ ਕੇਵਲ ਗਾਉਣ ਨਾਲ ਨਹੀਂ, ਉਹ ਤਾਂ ਕੁਦਰਤੀ ਆਰਤੀ ਹੋ ਰਹੀ ਹੈ, ਅਸੀਂ ਕੋਈ ਸਪੈਸ਼ਲ ਨਹੀਂ ਕਰਨੀ, ਕੁਦਰਤ ਹੀ ਉਹਦੀ ਆਰਤੀ ਕਰ ਰਹੀ ਹੈ ਔਰ ਹਰ ਸਮੇਂ ਉਹਦੀ ਆਰਤੀ ਕੁਦਰਤ ਵੱਲੋਂ ਹੋ ਰਹੀ ਹੈ। ਤੇ ਹਿਸਾਬ ਲਾਓ ਵੀ ਕੁਦਰਤ ਦਾ ਅੰਤ ਨਹੀਂ ਹੈ ਤੇ ਕਰਤੇ ਦਾ ਅੰਤ ਕਿੱਥੋਂ ਹੋ ਜਾਏਗਾ? ਜੇ ਉਹ ਬੇਅੰਤ ਹੈ, ਵਿਸ਼ਾਲ ਹੈ, ਤੇ ਫਿਰ ਉਹਦੀ ਆਰਤੀ ਵੀ ਵਿਸ਼ਾਲ ਰੂਪ ਵਿੱਚ ਹੋਣੀ ਚਾਹੀਦੀ ਹੈ। ਕੋਈ ਬੰਦਾ ਵੱਡੇ ਪੱਧਰ ਤੇ ਹੈ ਤੇ ਫਿਰ ਅਸੀਂ ਉਹਨੂੰ ਜਿਹੜਾ ਤੋਹਫਾ ਵੀ ਦਿੰਦੇ ਹਾਂ ਵੱਡੇ ਪੱਧਰ ਤੇ ਦਿੰਦੇ ਹਾਂ ਵੀ ਬੰਦਾ ਬੜੇ ਵੱਡੇ ਪੱਧਰ ਤੇ ਹੈ, ਤੇ ਪਰਮੇਸ਼ਵਰ ਇੰਨੇ ਵੱਡੇ ਉੱਚੇ ਥਾਂ ਤੇ ਹੈ ਤੇ ਉਹਦੀ ਆਰਤੀ ਛੋਟੀ ਜਿਹੀ ਕਿਵੇਂ ਹੋ ਸਕਦੀ ਹੈ? ਉੱਥੇ ਫਿਰ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਤਨਾਸਰੀ ਰਾਗ ਦੇ ਵਿੱਚ ਆਰਤੀ ਦੇ ਰੂਪ ਵਿੱਚ ਇਹ ਸ਼ਬਦ ਹੈ ਔਰ ਇਸ ਆਰਤੀ ਦਾ ਮਕਸਦ ਕੀ ਹੈ? ਇੱਕ ਓੰਕਾਰ, ਇੱਕ ਅਕਾਲ ਪੁਰਖ ਪਰਮੇਸ਼ਵਰ ਨੂੰ ਸਮਝਣਾ, ਇੱਕ ਅਕਾਲ ਪੁਰਖ ਪਰਮੇਸ਼ਵਰ ਨੂੰ ਜਾਣਨਾ। ਉਹ ਕਿਵੇਂ ਹੋਏਗਾ? ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਦੇ ਦੁਆਰਾ। ਜਦੋਂ ਤੁਹਾਨੂੰ ਸੱਚਾ ਗਿਆਨ ਮਿਲੇਗਾ ਉਹਦੇ ਰਾਹੀਂ ਇੱਕ ਅਕਾਲ ਪੁਰਖ ਦੀ ਸਮਝ ਆਏਗੀ। ਹੁਣ ਇਹ ਜਿਹੜਾ ਸ਼ਬਦ ਮਹਾਰਾਜ ਨੇ ਗਾਇਨ ਕੀਤਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 2 ਵਾਰ ਆਉਂਦਾ ਹੈ। ਇੱਕ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸੋਹਲੇ ਦੀ ਬਾਣੀ ਦਾ ਪਾਠ ਕਰਦੇ ਹਾਂ ਉਦੋਂ 13 ਅੰਗ ਦੇ ਉੱਪਰ ਇਹ ਸੁਭਾਈਮਾਨ ਹੈ। ਫਿਰ ਅਸੀਂ ਇਹਨੂੰ ਜਦੋਂ ਤਨਾਸਰੀ ਰਾਗ ਦੇ ਵਿੱਚ ਪੜ੍ਹਦੇ ਹਾਂ ਉਦੋਂ ਇਹ ਸ਼ਬਦ ਸੁਭਾਈਮਾਨ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਗਾਇਨ ਕੀਤਾ। ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਜਦੋਂ ਉਹਨਾਂ ਆਖਿਆ ਨੇ ਵੀ ਦੱਸੋ ਕਿਹੜੀ ਆਰਤੀ ਦਾ ਜ਼ਿਕਰ ਤੁਸੀਂ ਕਰਦੇ ਹੋ, ਸਮਝਾਓ ਸਾਨੂੰ। ਮਹਾਰਾਜ ਕਹਿੰਦੇ ਨੇ ਪਹਿਲੀ ਗੱਲ ਤੇ ਉਹ ਕਰਤਾ ਛੋਟਾ ਨਹੀਂ ਹੈ, ਜਿਹਨੇ ਏਡੀ ਵੱਡੀ ਕੁਦਰਤ ਬਣਾ ਦਿੱਤੀ ਉਹ ਆਪ ਕਿੰਨਾ ਵੱਡਾ ਹੋਏਗਾ। ਜਿਸ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦਾ ਅੰਤ ਕਿਵੇਂ ਹੋ ਸਕਦਾ ਹੈ? ਇਸ ਲਈ ਮਹਾਰਾਜ ਕਹਿੰਦੇ ਗਗਨ ਨੂੰ ਥਾਲ ਬਣਾਓ। ਗਗਨ ਦਾ ਅਰਥ ਹੈ ਆਸਮਾਨ, ਆਕਾਸ਼। ਇਸ ਏਡਾ ਵੱਡਾ ਥਾਲ ਹੋਣਾ ਚਾਹੀਦਾ ਕਰਤੇ ਦੀ ਆਰਤੀ ਕਰਨ ਵਾਸਤੇ। ਮਹਾਰਾਜ ਕਹਿੰਦੇ ਗਗਨ ਮੈਂ ਥਾਲ, ਗਗਨ ਨੂੰ ਥਾਲ ਬਣਾਓ, ਆਕਾਸ਼ ਨੂੰ ਰਬ ਚੰਦ ਦੀਪਕ ਬਨੇ। ਰੱਬ ਨੂੰ ਤੇ ਚੰਦ ਨੂੰ, ਰੱਬ ਕਹਿੰਦੇ ਸੂਰਜ, ਚੰਦ ਚੰਦਰਮਾ। ਇਹ ਸੂਰਜ ਤੇ ਚੰਦਰਮਾ ਇਸ ਥਾਲ ਦੇ 2 ਦੀਵੇ ਨੇ। ਆਕਾਸ਼ ਥਾਲ ਹੈ, ਉਹ ਵੱਡਾ ਥਾਲ ਹੈ, ਉਹਦੇ ਵਿੱਚ 2 ਦੀਵੇ ਨੇ, ਚੰਦ ਔਰ ਸੂਰਜ ਦੇ ਰੂਪ ਵਿੱਚ। ਬਨੇ ਤਾਰਿਕਾ ਮੰਡਲ ਜਨਕ ਮੋਤੀ। ਔਰ ਉਹਦੇ ਵਿੱਚ ਜਿਵੇਂ ਮੋਤੀ ਜਨਕ ਦਾ ਅਰਥ ਹੁੰਦਾ, ਜਿਵੇਂ ਮੋਤੀ ਪਏ ਹੋਏ ਆ, ਉਹ ਕੀ ਨੇ? ਤਾਰਿਕਾ। ਤਾਰਿਕਾ ਕੀ ਹੈ? ਤਾਰੇ। ਜਿਹੜੇ ਆਕਾਸ਼ ਦੇ ਵਿੱਚ, ਆਕਾਸ਼ ਇੱਕ ਥਾਲ ਹੈ ਔਰ ਉਹਦੇ ਵਿੱਚ ਜਿਹੜੇ ਤਾਰੇ ਨੇ ਉਹ ਮੋਤੀ ਨੇ। ਔਰ ਸਾਹਿਬ ਜੀ ਕਹਿੰਦੇ ਉਹ ਜਿਹੜੇ 2 ਦੀਵੇ ਨੇ ਉਹ ਸੂਰਜ ਔਰ ਚੰਦਰਮਾ ਹਨ। ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਧੂਪ ਮਲ ਆਨ ਲਓ। ਧੂਪ ਕਾਹਦੇ ਵਾਸਤੇ ਹੁੰਦੀ ਹੈ? ਸੁਗੰਧੀ। ਤੇ ਸਾਹਿਬ ਕਹਿੰਦੇ ਜਿਹੜੀ ਪਹਾੜਾਂ ਵੱਲੋਂ ਆਉਣ ਵਾਲੀ, ਪਹਾੜਾਂ ਦਾ ਮਤਲਬ ਹੁੰਦਾ ਚੰਦਨ ਦੀ ਜਿਹੜੀ ਖੁਸ਼ਬੂ ਆ ਰਹੀ ਹੈ। ਜਿਹੜੇ ਸੁਗੰਧੀ ਵਾਲੇ ਰੁੱਖ ਨੇ ਨਾ ਜਿਨ੍ਹਾਂ ਵਿੱਚ ਚੰਦਨ ਉੱਤਮ ਹੈ, ਇਹ ਜਿਹੜਾ ਚੰਦਨ ਹੈ ਨਾ ਇਹ ਚੰਦਨ ਹੀ ਉਹਦੇ ਵਾਸਤੇ ਧੂਪ ਹੈ। ਪਵਨ ਚਬਰੋ ਕਰੇ, ਪਵਨ ਦਾ ਅਰਥ ਹੁੰਦਾ ਹਵਾ। ਹਵਾ ਇਸ ਤਰ੍ਹਾਂ ਚੱਲ ਰਹੀ ਹੈ ਜਿਵੇਂ ਇਹ ਚਬਰ ਕਰ ਰਹੀ ਹੋਵੇ, ਜਿਵੇਂ ਚਬਰ ਜਿਹੜਾ ਇਹ ਕਰ ਰਹੀ ਹੋਵੇ। ਚੌਰ, ਧਿਆਨ ਰੱਖਿਓ ਉਚਾਰਨ ਵਿੱਚ, ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਅਸੀਂ, ਉਚਾਰਨ ਵਿੱਚ ਧਿਆਨ ਰੱਖੀਏ। ਚੌਰ, ਘਨੋੜੇ ਦੀ ਆਵਾਜ਼ ਦੇਣੀ ਹੈ ਜਦੋਂ ਅਸੀਂ ਗੱਲ ਚਬਰ ਸਾਹਿਬ ਦੀ ਕਰਨੀ ਹੈ, ਚੌਰ ਸਾਹਿਬ। ਤੇ ਜੇ ਆਪਾਂ ਘਨੋੜੇ ਦੀ ਜਗ੍ਹਾ ਹੋੜਾ ਲਾ ਦਿਆਂਗੇ ਅਰਥ ਬਦਲ ਜਾਣੇ ਆ। ਚੋਰ ਹੋਰ ਹੁੰਦਾ ਹੈ ਤੇ ਚੌਰ ਚੀਜ਼, ਚੌਰ ਉਹ ਹੁੰਦਾ ਜੋ ਗੁਰੂ ਸਾਹਿਬ ਅੱਗੇ ਚਬਰ ਸਾਹਿਬ ਆਪਾਂ ਸੇਵਾ ਵਿੱਚ ਨਿਭਾਉਂਦੇ ਆ, ਉੱਥੇ ਘਨੋੜਾ ਕਹਿਣਾ ਇਸ ਚਬਰ ਸਾਹਿਬ ਨੂੰ, ਤੇ ਚੋਰ ਦਾ ਅਰਥ ਹੋਰ ਬਣ ਜਾਏਗਾ। ਕਹਿੰਦੇ ਆ ਜਿੰਨੀ ਵੀ ਪਵਨ ਹਵਾ ਚੱਲ ਰਹੀ ਹੈ ਨਾ, ਇਹ ਹਵਾ ਜਿਹੜੀ ਆ ਇਹ ਚਬਰ ਉਸ ਕਰਤੇ ਨੂੰ ਕਰ ਰਹੀ ਹੈ। ਸਗਲ ਬਨ ਰਾਏ ਫੁਲੰਤ ਜੋਤੀ। ਮਹਾਰਾਜ ਜੀ ਕਹਿੰਦੇ ਉਹ ਜਿਹੜਾ ਜੋਤੀ ਰੂਪ, ਜੋਤ ਰੂਪ, ਪ੍ਰਕਾਸ਼ ਰੂਪ, ਅਕਾਲ ਪੁਰਖ ਪਰਮੇਸ਼ਵਰ ਚਾਰੇ ਪਾਸੇ ਫੈਲਿਆ ਹੋਇਆ ਹੈ,
ਸਗਲ ਬਨ ਰਾਏ, ਬਨ ਮੈਨੇ ਜੰਗਲ, ਜਿੰਨੇ ਵੀ ਜੰਗਲ ਦੇ ਵਿੱਚ ਫੁੱਲ ਨੇ, ਜਿੰਨੇ ਵੀ ਪ੍ਰਕਾਰ ਦੇ ਫੁੱਲ ਨੇ, ਉਹ ਸਾਰੇ ਦੇ ਸਾਰੇ ਹੀ ਕਹਿਣ ਲੱਗੇ ਉਹਦੇ ਅੱਗੇ ਭੇਟ ਕਰਨ ਵਾਸਤੇ ਨੇ। ਸਗਲ ਬਨ ਰਾਏ ਫੁਲੰਤ ਜੋਤੀ, ਫੁਲੰਤ ਦਾ ਅਰਥ ਆਪਾਂ ਮਾਲਾ ਵੀ ਕਰ ਸਕਦੇ ਹਾਂ, ਵੀ ਆਰਤੀ ਕਰਦੇ ਹਾਂ ਜਿਹੜੀ ਫੁੱਲਾਂ ਦੀ ਮਾਲ ਅੱਗੇ ਰੱਖਦੇ ਹੋ, ਇਹ ਤਾਂ ਚੰਦ ਫੁੱਲਾਂ ਦੀ ਮਾਲਾ ਹੈ ਜਾਂ ਚੰਦ ਫੁੱਲ ਤੁਸੀਂ ਅੱਗੇ ਰੱਖਦੇ ਹੋ, ਪਰ ਜਿਹੜਾ ਕਰਤਾ ਹੈ ਉਹਦੇ ਅੱਗੇ ਸਾਰੀ ਬਨਸਪਤੀ ਵਿੱਚ ਜਿੰਨੇ ਵੀ ਪ੍ਰਕਾਰ ਦੇ ਫੁੱਲ ਨੇ ਉਹ ਸਾਰੇ ਦੇ ਸਾਰੇ ਹੀ ਉਹਦੀ ਆਰਤੀ ਕਰਦੇ ਆ, ਕੁਦਰਤ ਵੱਲੋਂ ਭੇਟ ਕੀਤੇ ਜਾਂਦੇ ਹਨ। कैसी आरती होए पव खंडना तेरी आरती अनहता शब्द बजंत पेरी रगाओ। ਇਹ ਰਹਾਓ ਜੋ ਇਸ ਸ਼ਬਦ ਦਾ ਕੇਂਦਰੀ ਭਾਵ ਹੈ, ਕਿਉਂਕਿ ਸ਼ੁਰੂ ਤਾਂ ਮਹਾਰਾਜ ਨੇ ਇੱਥੋਂ ਹੀ ਕਰਨਾ ਨਾ। ਜਿਹੜੀ ਆਰਤੀ ਗੁਰੂ ਸਾਹਿਬ ਨੇ ਵੇਖੀ ਹੈ ਉਹਨੂੰ ਵੇਖ ਕੇ ਮਹਾਰਾਜ ਕਹਿੰਦੇ ਕੈਸੀ ਆਰਤੀ ਹੋਏ, ਆ ਕਿਦਾਂ ਦੀ ਆਰਤੀ ਹੋ ਰਹੀ ਹੈ। ਹੇ ਮਾਲਕ ਜੀ, ਤੁਸੀਂ ਤਾਂ ਇਸ ਭਵਜਲ ਵਿੱਚੋਂ ਦੀ ਇਹਨਾਂ ਦੇ ਸਾਰੇ ਜੀਆਂ ਦੇ ਜਨਮ ਮਰਨ ਨੂੰ ਮਿਟਾਉਣ ਵਾਲੇ ਹੋ, ਤੁਸੀਂ ਇਹਨਾਂ ਦਾ ਆਵਾਗਮਨ ਮਿਟਾਉਣ ਵਾਲੇ ਹੋ। ਕੈਸੀ ਆਰਤੀ ਹੋਏ, ਆ ਦੇਖੋ ਲੋਕ ਤੁਹਾਡੀ ਆਰਤੀ ਕਿਦਾਂ ਦੀ ਕਰਦੇ ਪਏ ਆ, ਕਿ ਇਸ ਤਰ੍ਹਾਂ ਦੀ ਆਰਤੀ ਹੁੰਦੀ ਹੈ। ਮਹਾਰਾਜ ਕਹਿੰਦੇ ਨਹੀਂ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਭਵ ਭਵਜਲ ਖੰਡਨਾ, ਭਵਜਲ ਵਿੱਚੋਂ ਜੰਮਣ ਮਰਨ ਨੂੰ ਮਿਟਾਉਣ ਵਾਲੇ। ਇਹ ਵਾਹਿਗੁਰੂ ਜੀ, ਇਹ ਤੇਰੀ ਆਰਤੀ ਜਿਹੜੀ ਆ ਉਹ ਕਿਸ ਤਰ੍ਹਾਂ ਹੋ ਰਹੀ ਹੈ। ਅਨਹਤਾ ਸ਼ਬਦ ਵਜੰਤ ਫੇਰੀ, ਅਨਹਤਾ ਜਿਹੜੇ ਬਿਨਾਂ ਵਜਾਇਆ ਹੀ ਸਾਜ਼ ਜਿਹੜੇ ਆ ਉਹ ਵੱਜ ਰਹੇ ਨੇ, ਇੱਕ ਰਸ ਵਿੱਚ ਵੱਜ ਰਹੇ ਨੇ। ਆਹ ਢੇਰੀ ਦਾ ਅਰਥ ਪੁਰਾਤਨ ਸਮੇਂ ਵਿੱਚ ਧੁਤੀਆਂ ਹੁੰਦੀਆਂ ਸਨ, ਜਾਂ ਕਈਆਂ ਨੇ ਇਹਦਾ ਅਰਥ ਨਗਾਰਾ ਵੀ ਕੀਤਾ ਹੋਇਆ, ਵੀ ਕਈ ਨਾਲ ਨਗਾਰੇ ਤੇ ਚੋਟ ਦਿੰਦੇ ਆ, ਜਾਂ ਜਿਹੜੀ ਆ ਉਹ ਟੱਲੀ ਨਾਲ ਜਿਹੜੀ ਆ ਖੜਕਾਉਂਦੇ ਆ। ਅਫਸੋਸ ਵੀ ਹੁੰਦਾ ਹੈ ਤੇ ਦੁੱਖ ਵੀ ਹੁੰਦਾ ਹੈ ਕਿ ਅਸੀਂ ਜੋ ਸਾਨੂੰ ਗੁਰੂ ਮਰਿਆਦਾ ਦੇ ਵਿੱਚ ਦੱਸਿਆ ਸੀ, ਅਸੀਂ ਉਹ ਸਾਰਾ ਕੁਝ ਗੁਰੂ ਦੀ ਮਰਿਆਦਾ ਵਿੱਚ ਲਿਆ ਕੇ ਅਸੀਂ ਦੁਨੀਆ ਨੂੰ ਜਿਹੜਾ ਉਹ ਭੁਲੇਖੇ ਵਿੱਚ ਪਾ ਦਿੱਤਾ। ਹੁਣ ਇੱਕ ਪਾਸੇ ਜਿਹੜੀ ਉਹ ਟੱਲੀ ਆ ਉਹ ਵੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਖੜਕਾਈ ਜਾ ਰਹੀ ਹੈ, ਅਥਾਲੀ ਰੱਖ ਕੇ ਵੀ ਆਰਤੀ ਉਤਾਰੀ ਜਾ ਰਹੀ ਹੈ। ਤੇ ਸੰਗਤ ਕਹਿੰਦੀ ਆ ਵੀ ਤੁਸੀਂ ਦੱਸੋ, ਉਹ ਵੀ ਗੁਰੂ ਗ੍ਰੰਥ ਸਾਹਿਬ ਨੇ, ਇਹ ਵੀ ਗੁਰੂ ਗ੍ਰੰਥ ਸਾਹਿਬ ਹੈ, ਕਿ ਉਹ ਗੁਰੂ ਗ੍ਰੰਥ ਸਾਹਿਬ ਹੋਰ ਨੇ ਤੇ ਇਹ ਹੋਰ ਨੇ। ਅਸੀਂ ਆਪ ਹੀ ਦੁਬਿਧਾ ਵਿੱਚ ਪਾ ਦਿੱਤਾ, ਸੰਗਤ ਨੂੰ ਕੱਢਣਾ ਕਿੱਥੋਂ ਸੀ। ਦੁਬਿਧਾ ਵਿੱਚ ਸੰਗਤ ਪੈ ਗਈ ਵੀ ਹੁਣ ਇਹ ਦੱਸੋ ਸਾਨੂੰ ਵੀ ਅਸੀਂ ਉਹ ਮੰਨੀਏ ਕਿ ਅਸੀਂ ਤੁਹਾਡੀ ਮੰਨੀਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਉੱਥੇ ਵੀ ਹੋਈ ਨੇ ਇੱਥੇ ਵੀ ਹੋਈ ਨੇ। ਹੁਣ ਕਿ ਤੁਸੀਂ ਜਿਹੜੀ ਮਰਿਆਦਾ ਦੀ ਗੱਲ ਕਰਦੇ ਹੋ ਤੇ ਫਿਰ ਉਹ ਕਿਹੜੀ ਮਰਿਆਦਾ ਨਿਭਾਉਂਦੇ ਪਏ ਆ। ਅਸੀਂ ਆਪ ਹੀ ਦੁਬਿਧਾ ਵਿੱਚ ਸੰਗਤ ਨੂੰ ਪਾ ਦਿੱਤਾ ਤੇ ਫਿਰ ਗੱਲ ਕਿਵੇਂ ਬਣਨੀ ਸੀ। ਅੱਜ ਲੋੜ ਸੀ, ਜ਼ਰੂਰਤ ਸੀ ਕਿ ਸਾਨੂੰ ਜਿਹੜੇ ਅਸੀਂ ਧਰਮ ਦੇ ਆਗੂ ਹਾਂ ਬੈਠ ਕੇ ਵਿਚਾਰ ਕਰੀਏ, ਰਹਿਤ ਮਰਿਆਦਾ ਜਿਹੜੀ ਹੈ ਉਹਨੂੰ ਘਰ ਘਰ ਤੱਕ ਪਹੁੰਚਾਈਏ, ਉਹਦੇ ਤੇ ਆਪ ਵੀ ਪਹਿਰਾ ਦਈਏ। ਸਭ ਤੋਂ ਪਹਿਲਾਂ ਤੇ ਰਹਿਤ ਮਰਿਆਦਾ ਤੇ ਸਾਨੂੰ ਆਪ ਪਹਿਰਾ ਦੇਣਾ ਪੈਣਾ, ਤਾਂ ਹੀ ਅਸੀਂ ਦੂਜਿਆਂ ਨੂੰ ਸਮਝਾ ਸਕਾਂਗੇ। ਅਸੀਂ ਆਪ ਹੀ ਹਜੇ ਦੁਬਿਧਾ ਵਿੱਚ ਹਾਂ, ਤੁਹਾਨੂੰ ਕੀ ਸਮਝਾਈਏ। ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਗੁਰੂ ਮਹਾਰਾਜ ਕਹਿੰਦੇ ਇਹ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਇਹ ਭਵ ਖੰਡਨਾ, ਇਸ ਭਵਜਲ ਵਿੱਚੋਂ ਦੀ ਆਵਾਗਮਨ ਨੂੰ ਮਿਟਾਉਣ ਵਾਲੇ ਰੱਬ ਜੀ, ਇਹ ਕਿੱਦਾਂ ਦੀ ਲੋਕ ਤੇਰੀ ਆਰਤੀ ਜਿਹੜੀ ਆ ਉਹ ਕਰਦੇ ਪਏ ਆ। ਇਹ ਸਾਰਾ ਜਿਹੜਾ ਸ਼ਬਦ ਧੁਨੀ ਆਵਾਜ਼, ਇਹ ਸਾਰੀ ਆਵਾਜ਼ ਜਿਹੜੀ ਇੱਕ ਰਸ ਵਿੱਚ ਤੇਰੇ ਦਰ ਉੱਤੇ ਇਹ ਆਵਾਜ਼ ਜਿਹੜੀ ਆ ਇਹ ਚੱਲ ਰਹੀ ਹੈ। ਇਸ ਲਈ ਲੋਕ ਵੱਖਰੇ ਤਰ੍ਹਾਂ ਦੀ ਇੱਕ ਘੰਟੀ ਜਿਹੜੀ ਆ ਟੱਲੀ ਦੇ ਰੂਪ ਵਿੱਚ ਵਜਾਉਂਦੇ, ਜਾਂ ਨਗਾਰੇ ਤੇ ਚੋਟ ਦਿੰਦੇ ਆ, ਜਾਂ ਪੁਰਾਤਨ ਸਮੇਂ ਵਿੱਚ ਉਹ ਤੂਤੀਆਂ ਵੱਜਦੀਆਂ ਨੇ, ਪਰ ਤੇਰੀ ਤਾਂ ਜਿਹੜੀ ਸ਼ਬਦ ਦੀ ਧੁਨੀ ਹੈ ਉਹ ਇੱਕ ਰਸ ਚੱਲ ਰਹੀ ਹੈ। सहस तब नैन नन नैन गए तो एको सहस मूर्त नन एक तो ही। ਸਹਿਸ ਤਵ ਨੈਣ, ਹਜ਼ਾਰਾਂ ਹੀ ਤੇਰੇ ਨੇਤਰ ਨੇ। ਆ ਸਾਰੇ ਨੇਤਰ ਜਿਹੜੇ ਆ ਇਹ ਉਸ ਮਾਲਕ ਦੇ ਹੀ ਬਣਾਏ ਹੋਏ ਨੇ। ਥੋੜੀ ਬਰੀਕੀ ਨਾਲ ਸਮਝ ਲੈਣਾ, ਸਭਨਾਂ ਦੇ ਵਿੱਚ ਉਹ ਆਪ ਬੈਠਾ ਹੈ, ਸਭਨਾਂ ਦੇ ਵਿੱਚ ਉਹ ਆਪ ਬੈਠਾ ਹੈ। ਤੇ ਜੇ ਉਹ ਆਪ ਬੈਠਾ ਹੈ ਤੇ ਉਹ ਆਪ ਹੀ ਸਭਨਾਂ ਵਿੱਚ ਵੇਖ ਰਿਹਾ ਹੈ। ਉਹ ਤਾਂ ਭੁਲੇਖਾ ਸਾਨੂੰ ਪਿਆ ਨਾ ਵੀ ਮੈਂ ਵੇਖ ਰਿਹਾ, ਮੇਰੀਆਂ ਇਹ ਅੱਖਾਂ ਨੇ, ਪਰ ਵੇਖਣ ਵਾਲਾ ਤੇ ਅੰਦਰ ਉਹ ਹੈ ਨਾ ਜਿਹਨੂੰ ਅਸੀਂ ਸਮਝ ਨਹੀਂ ਪਾ ਰਹੇ ਹਾਂ। ਜਿਸ ਦਿਨ ਉਹ ਅੰਦਰੋਂ ਨਿਕਲ ਗਿਆ ਤੇ ਕੱਲੀਆਂ ਅੱਖਾਂ ਕੀ ਕਰਨਗੀਆਂ। ਕੱਲੀਆਂ ਅੱਖਾਂ ਨੇ ਤੇ ਕੁਝ ਨਹੀਂ ਕਰਨਾ। ਅੱਜ ਜਦੋਂ ਡੈੱਡ ਬੋਡੀ ਵੇਖੀ ਦੀ ਹੈ ਨਾ, ਅੱਖਾਂ ਖੁੱਲੀਆਂ ਹੋਣ ਤੇ ਬੰਦੇ ਉਹਨੂੰ ਲਿਆ ਹੱਥ ਫੇਰਦੇ, ਅੱਖਾਂ ਬੰਦ ਕਰ ਦਿੰਦੇ ਆ ਵੀ ਹੁਣੇ ਦੇਖਣ ਜੋਗਾ ਰਿਹਾ ਹੀ ਕੋਈ ਨਹੀਂ, ਕਿਉਂਕਿ ਜਿਹੜਾ ਅੰਦਰ ਦੇਖਣ ਵਾਲਾ ਸੀ ਉਹ ਤੇ ਨਿਕਲ ਗਿਆ। ਹਜ਼ਾਰਾਂ ਹੀ, ਸਹਿਸ ਦਾ ਅਰਥ ਹੁੰਦਾ ਹਜ਼ਾਰਾਂ, ਸਹਿਸ ਤਵ ਨੈਣ, ਤੇਰੇ ਹਜ਼ਾਰਾਂ ਹੀ ਨੈਣ ਨੇ। ਨਨ ਨੈਣ ਹੈ ਤੋਏ ਕੋ, ਪਰ ਨਨ ਦਾ ਅਰਥ ਨਹੀਂ, ਪਰ ਸਾਰੀਆਂ ਅੱਖਾਂ ਤੇਰੀਆਂ ਹੋਣ ਦੇ ਬਾਵਜੂਦ ਵੀ ਪਰ ਆਪਣੀਆਂ ਤੇਰੀਆਂ ਕੋਈ ਅੱਖਾਂ ਜਿਹੜੀਆਂ ਨਹੀਂ, ਕਿਉਂਕਿ ਉਹਦੀ ਤਸਵੀਰ ਨਹੀਂ ਹੈ, ਉਹਦਾ ਕੋਈ ਰੂਪ ਰੰਗ ਚੱਕਰ ਚਿਹਨ ਹੀ ਨਹੀਂ ਹੈ, ਉਹਦਾ ਕੋਈ ਸ਼ਕਲ ਸੂਰਤ ਹੀ ਨਹੀਂ ਹੈ। ਪਰ ਜੇ ਉਹਦਾ ਕੋਈ ਆਪਣਾ ਆਕਾਰ ਨਹੀਂ ਹੈ, ਪਰ ਇਹ ਹਜ਼ਾਰਾਂ ਆਕਾਰ ਤੇ ਉਹਦੇ ਹੀ ਬਣਾਏ ਹੋਏ ਨੇ। ਜੇ ਉਹਦਾ ਆਪਣਾ ਕੋਈ ਉਹਦੀਆਂ ਅੱਖਾਂ ਨਹੀਂ ਤੇ ਪਰ ਇਹ ਸਾਰੀਆਂ ਅੱਖਾਂ ਵੀ ਤੇ ਉਹਦੀਆਂ ਹੀ ਬਣਾਈਆਂ ਹੋਈਆਂ ਨੇ। ਇਸ ਲਈ ਹਜ਼ਾਰਾਂ ਅੱਖਾਂ ਤੁਹਾਡੀਆਂ ਨੇ ਪਰ ਤੁਹਾਡੀ ਆਪਣੀ ਕੋਈ ਨਹੀਂ। ਸਹਿਸ ਮੂਰਤ ਹੈ, ਇਹ ਮਾਲਕ ਜੀ ਮੂਰਤ ਦੇ ਤੱਤੇ ਨੂੰ ਸਿਆਰੀ ਮੂਰਤੀ ਤਸਵੀਰ, ਹਜ਼ਾਰਾਂ ਮੂਰਤੀਆਂ ਤੁਹਾਡੀਆਂ ਨੇ ਪਰ ਤੁਹਾਡੀ ਆਪਣੀ ਕੋਈ ਮੂਰਤ ਨਹੀਂ ਹੈ। ਅਕਾਲ ਮੂਰਤ, ਤੁਹਾਡੀ ਜਿਹੜੀ ਮੂਰਤੀ ਆ ਉਹ ਕਾਲ ਤੋਂ ਹਟ ਕੇ ਹੈ। ਤੁਸੀਂ ਤਿੰਨ ਗੁਣਾਂ ਤੋਂ ਹਟ ਕੇ ਹੋ। ਤੁਸੀਂ ਤਿੰਨ ਗੁਣਾਂ, ਆਪਾਂ ਸਾਰੇ ਤਿੰਨ ਗੁਣਾਂ ਵਿੱਚ ਆਉਂਦੇ ਆ, ਪਰ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਉਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ। ਇਹ ਵੀ ਜ਼ਿਕਰ ਆਪ ਜੀ ਨਾਲ ਕੀਤਾ ਹੈ ਕਿ ਅਸੀਂ ਗੁਰੂਆਂ ਦੀ, ਪੀਰ ਪੈਗੰਬਰਾਂ ਦੀ, ਦੇਵੀ ਦੇਵਤਿਆਂ ਦੀ, ਸਾਰਿਆਂ ਦੀਆਂ ਤਸਵੀਰਾਂ ਬਣਾਈਆਂ, ਪਰ ਕਿਸੇ ਨੇ ਰੱਬ ਦੀ ਤਸਵੀਰ ਬਣਾਈ, ਕਿਸੇ ਨੇ ਪਰਮਾਤਮਾ ਦੀ ਬਣਾ ਹੀ ਨਹੀਂ ਸਕਦਾ, ਕਿਉਂਕਿ ਉਹਦੀਆਂ ਅੱਖਾਂ ਦਾ ਪਤਾ ਹੀ ਨਹੀਂ ਕਿਸੇ ਨੂੰ, ਉਹਦੇ ਚਿਹਰੇ ਦਾ ਪਤਾ ਹੀ ਨਹੀਂ, ਉਹਦੇ ਆਕਾਰ ਦਾ ਪਤਾ ਹੀ ਨਹੀਂ ਕਿਸੇ ਨੂੰ ਹੈ। ਉਹਨੂੰ ਮਹਿਸੂਸ ਕਰਨਾ ਹੈ। ਕਦੇ ਫੁੱਲ ਦਾ ਆਕਾਰ ਦੇਖਿਆ, ਫੁੱਲ ਦੇ ਖੁਸ਼ਬੂ ਦਾ ਆਕਾਰ ਦੇਖਿਆ, ਉਹ ਆਕਾਰ ਤੋਂ ਰਹਿਤ ਹੈ। ਉਹਨੂੰ ਨਿਰੰਕਾਰ ਕਹਿੰਦੇ ਆ, ਨਿਰ ਪਲਸ ਆਕਾਰ, ਜਿਹੜਾ ਆਕਾਰ ਤੋਂ ਰਹਿਤ ਹੈ। ਨਿਰੰਜਨ, ਨਿਰ ਪਲਸ ਅੰਜਨ, ਜਿਹੜਾ ਅੰਜਨ ਤੋਂ ਰਹਿਤ ਹੈ। ਇਹ ਦੋ ਸ਼ਬਦਾਂ ਦੇ ਸੁਮੇਲ ਨੇ, ਨਿਰੰਕਾਰ ਨਿਰੰਜਨ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਤੇ ਜਦੋਂ ਦੋ ਸ਼ਬਦਾਂ ਦਾ ਸੁਮੇਲ ਹੋਵੇ, ਵਿੱਚੋਂ ਇੱਕ ਅੱਖਰ ਜਾਂ ਲਾਮ ਵਿੱਚੋਂ ਨਿਕਲ ਜਾਂਦੀ ਹੈ। ਇਸ ਲਈ ਹਜ਼ਾਰਾਂ ਮੂਰਤੀਆਂ ਤੁਹਾਡੀਆਂ ਨੇ, ਪਰ ਹੇ ਅਕਾਲ ਪੁਰਖ ਜੀ ਤੁਹਾਡੀ ਆਪਣੀ ਕੋਈ ਮੂਰਤ ਨਹੀਂ ਹੈ। सहस पद विमल नन एक पद गंध बिन सहस तब गंधे विचल न मोई। ਸਹਿਸ ਪਦ, ਸਹਿਸ ਮੈਨੇ ਹਜ਼ਾਰਾਂ, ਪਦ ਮੈਨੇ ਪੈਰ ਚਰਨ, ਬੇਮਲ, ਮਲ ਤੋਂ ਰਹਿਤ ਪਵਿੱਤਰ। ਹਜ਼ਾਰਾਂ ਹੀ ਜਿਹੜੇ ਆ ਸੋਹਣੇ, ਸੋਹਣੇ ਕਹਿ ਲਓ, ਬੇਮਲ ਦਾ ਅਰਥ ਸੁੰਦਰ, ਸੋਹਣੇ ਹਜ਼ਾਰਾਂ ਹੀ ਸੁੰਦਰ ਤੁਹਾਡੇ ਪੈਰ ਨੇ, ਪਰ ਤੁਹਾਡਾ ਆਪਣਾ ਇੱਕ ਵੀ ਨਹੀਂ ਹੈ। ਗੰਧ ਦਾ ਅਰਥ ਹੁੰਦਾ ਹੈ ਆ ਨਾਸਕਾ, ਜਿਹਦੇ ਤੋਂ ਆਪਾਂ ਸੁਗੰਧੀ ਲੈਂਦੇ ਹਾਂ, ਜਿਹਦੇ ਤੋਂ ਸਾਹ ਲੈਂਦੇ ਹਾਂ, ਜਿਹਦੇ ਤੋਂ ਸਾਨੂੰ ਬਦਬੂ ਦਾ ਤੇ ਖੁਸ਼ਬੂ ਦਾ ਪਤਾ ਲੱਗਦਾ ਹੈ। ਹਜ਼ਾਰਾਂ ਹੀ ਨਾਸਕਾਂ ਤੁਹਾਡੀਆਂ ਹੀ ਨੇ, ਪਰ ਤੁਹਾਡੀ ਆਪਣੀ ਕੋਈ ਵੀ ਜਿਹੜੀ ਹੈ ਉਹ ਨਾਸਕਾ ਨਹੀਂ ਹੈ। सब में जोत जोत गए सोए तिसके चानन सब में चानन कोए। ਹਾਂ, ਤੁਹਾਡੀ ਹਜ਼ਾਰਾਂ ਅੱਖਾਂ ਨੇ ਪਰ ਤੁਹਾਡੀ ਕੋਈ ਨਹੀਂ ਹੈ, ਕਿਉਂਕਿ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਜਦੋਂ ਅਨੇਕ ਹੈ ਤਾਂ ਸਾਰੀਆਂ ਅੱਖਾਂ ਤੁਹਾਡੀਆਂ, ਤੇ ਜਦੋਂ ਤੁਸੀਂ ਇੱਕ ਹੋ ਤੁਹਾਡੀ ਆਪਣੀ ਕੋਈ ਅੱਖ ਨਹੀਂ ਹੈ। ਜਦੋਂ ਤੁਸੀਂ ਅਨੇਕ ਹੋ, ਸਾਰੀਆਂ ਮੂਰਤੀਆਂ ਤੁਹਾਡੀਆਂ ਬਣਾਈਆਂ ਹੋਈਆਂ ਨੇ, ਪਰ ਜਦੋਂ ਤੁਸੀਂ ਇੱਕ ਹੋ ਤੁਹਾਡੀ ਆਪਣੀ ਕੋਈ ਮੂਰਤ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤ ਵਾਲੀ ਖੇਡ ਹੈ। ਇਸ ਲਈ ਹਜ਼ਾਰਾਂ ਪੈਰ ਸੁੰਦਰ ਤੁਹਾਡੇ ਨੇ, ਪਰ ਜਦੋਂ ਤੁਸੀਂ ਇੱਕ ਹੋ ਜਾਂਦੇ ਹੋ ਤੁਹਾਡਾ ਆਪਣਾ ਕੋਈ ਪੈਰ ਨਹੀਂ ਹੈ। ਹਜ਼ਾਰਾਂ ਨਾਸਕਾਂ ਤੁਹਾਡੀਆਂ ਨੇ ਸੁਗੰਧੀ ਲੈਣ ਵਾਲੀਆਂ, ਪਰ ਤੁਹਾਡੀ ਜਦੋਂ ਇੱਕ ਹੋ ਜਾਂਦੇ ਹੋ ਤੁਹਾਡੀ ਕੋਈ ਨਾਸਕਾ ਨਹੀਂ। ਹਾਂ, ਇਹ ਹੈ ਕਿ ਸਭ ਮੈਂ ਜੋਤ ਜੋਤ ਹੈ ਸੋਏ,
ਜੋਤ ਦੇ ਤੱਤੇ ਨੂੰ ਸਿਆਰੀ ਜੋਤੀ। ਆ ਸਾਰੀ ਜਿਹੜੀ ਜੋਤ ਹੈ ਸਭਨਾਂ ਵਿੱਚ, ਇਹ ਅਸਲ ਵਿੱਚ ਤੁਸੀਂ ਜੋਤ ਰੂਪ ਹੋ, ਪ੍ਰਕਾਸ਼ ਰੂਪ ਹੋ। ਸਭਨਾਂ ਦੇ ਵਿੱਚ ਆ ਜਿਹੜੀ ਜੋਤ ਹੈ ਇਹ ਤੁਹਾਡੀ ਉਹੀ ਹੈ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਆ ਸਾਰਾ ਚਾਨਣ ਜਿਹੜਾ, ਹੁਣ ਸੂਰਜ ਦਾ ਆਪਣਾ ਚਾਨਣ ਥੋੜੀ ਹੈ। ਸੂਰਜ ਇੰਨੀ ਰੋਸ਼ਨੀ ਦੇ ਰਿਹਾ, ਇੰਨੇ ਸਾਲਾਂ ਤੋਂ ਰੋਸ਼ਨੀ ਦੇ ਰਿਹਾ। ਕਦੇ ਸੂਰਜ ਨੇ ਕਿਹਾ ਵੀ ਮੈਂ ਹੁਣ ਜਿਹੜਾ ਉਹ ਚਾਰਜ ਹੋ ਕੇ ਆਉਣਾ, ਮੇਰੀ ਰੋਸ਼ਨੀ ਘਟ ਗਈ, ਮੇਰੀ ਹੁਣ ਰੋਸ਼ਨੀ ਘਟ ਗਈ, ਮੈਨੂੰ ਚਾਰਜ ਹੋਣਾ ਪੈਣਾ, ਦੁਬਾਰਾ ਮੈਨੂੰ ਰੋਸ਼ਨੀ ਲਿਆਉਣੀ ਪੈਣੀ? ਨਹੀਂ, ਉਹ ਘਟ ਹੀ ਨਹੀਂ ਰਹੀ ਹੈ, ਕਿਉਂਕਿ ਪਰਮੇਸ਼ਵਰ ਨੇ ਇੱਕੋ ਵਾਰੀ ਬਖਸ਼ਿਸ਼ਾਂ ਭਰ ਦਿੱਤੀਆਂ। ਪਰ ਉਹ ਰੋਸ਼ਨੀ ਦੇਣ ਵਾਲਾ ਸੂਰਜ ਨੂੰ ਕੌਣ ਹੈ? ਪਨਾਨ ਭਾਨ, ਉਹ ਸੂਰਜਾਂ ਦਾ ਵੀ ਸੂਰਜ ਹੈ। ਚੰਦਰਮਾ ਕੋਲ ਆਪਣੀ ਚਾਨਣੀ ਨਹੀਂ, ਕਿਉਂਕਿ ਉਹ ਤਾਂ ਆਪ ਕਾਲਾ ਹੈ, ਉਹਨੂੰ ਉਹਦੇ ਤੇ ਸੂਰਜ ਦਾ ਚਾਨਣ ਪੈਂਦਾ ਹੈ। ਚੰਦਰਮਾ ਦੇ ਕੋਲ ਆਪਣੀ ਚਾਨਣੀ ਨਹੀਂ, ਉਹ ਸੂਰਜ ਦਾ ਚਾਨਣ ਉਹਦੇ ਤੇ ਪੈਂਦਾ ਹੈ, ਤੇ ਸੂਰਜ ਦਾ ਆਪਣਾ ਚਾਨਣ ਨਹੀਂ, ਇਹ ਪਰਮੇਸ਼ਵਰ ਦਾ ਦਿੱਤਾ ਹੋਇਆ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕਾ ਚਾਨਣ ਸਭ ਮੈਂ ਚਾਨਣ ਹੋਏ। ਇਹ ਅਕਾਲ ਪੁਰਖ ਜੀ ਤੁਹਾਡਾ ਚਾਨਣ ਸਾਰੇ ਪਾਸੇ ਵਰਤ ਰਿਹਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਪਰ ਹੁਣ ਗੱਲ ਇਹ ਨਾ ਵੀ ਉਹ ਜਿਹੜਾ ਪਰਮੇਸ਼ਵਰ ਅਨੇਕ ਹੋ ਕੇ ਵੀ ਇੱਕ ਹੈ, ਹਜ਼ਾਰਾਂ ਮੂਰਤੀਆਂ ਬਣਾਉਣ ਵਾਲੇ ਦੀ ਆਪਣੀ ਮੂਰਤ ਨਹੀਂ ਹੈ, ਉਹ ਸਭਨਾਂ ਵਿੱਚ ਜੋਤ ਰੂਪ ਵਿੱਚ ਹੈ। ਉਹਨੂੰ ਪ੍ਰਗਟ ਕਿਵੇਂ ਕਰੀਏ? ਹੁਣ ਦੁੱਧ ਦੇ ਵਿੱਚ ਮੱਖਣ ਹੈ, ਪਰ ਉਹਨੂੰ ਪ੍ਰਗਟ ਕਿਵੇਂ ਕਰਾਂਗੇ ਆਪਾਂ? ਦੁੱਧ ਵਿੱਚੋਂ ਮੱਖਣ ਨੂੰ ਪ੍ਰਗਟ ਕਰਨ ਵਾਸਤੇ ਜਾਗ ਲਾਉਣਾ ਪੈਂਦਾ ਹੈ। ਜਦੋਂ ਜਾਗ ਲੱਗੇਗਾ ਫਿਰ ਇਕੱਲੇ ਜਾਗ ਨਾਲ ਨਹੀਂ, ਫਿਰ ਉਹਨੂੰ ਰਿੜਕਣਾ ਵੀ ਪੈਣਾ ਹੈ। ਜਦੋਂ ਰਿੜਕਾਂਗੇ ਫਿਰ ਜਿਵੇਂ ਜਿਵੇਂ ਰਿੜਕੀ ਜਾਵਾਂਗੇ ਤਿਵੇਂ ਤਿਵੇਂ ਮੱਖਣ ਉੱਪਰ ਆ ਜਾਂਦਾ ਹੈ। ਬਸ ਸਾਡੇ ਅੰਦਰ ਵੀ ਉਹ ਹੈ, ਜੋਤ ਰੂਪ ਹੈ, ਉਹਨੂੰ ਪ੍ਰਗਟ ਕਿਵੇਂ ਕਰਨਾ ਹੈ? ਜਾਗ ਲਾਉਣਾ ਪੈਣਾ ਹੈ, ਪ੍ਰੇਮ ਦਾ ਜਾਗ। ਸੱਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ, ਤੇ ਨਹੀਂ ਪ੍ਰਭ ਪਾਇਓ। ਪ੍ਰੇਮ ਦਾ ਜਾਗ, ਤੇ ਉਹ ਕਿਵੇਂ ਲੱਗੇਗਾ? ਗੁਰ ਸਾਖੀ, ਸਾਖੀ ਦਾ ਅਰਥ ਸਿੱਖਿਆ। ਜਦੋਂ ਗੁਰੂ ਸਾਹਿਬ ਜੀ ਕੋਲੋਂ ਸਿੱਖਿਆ ਲਵਾਂਗੇ ਆਪਾਂ, ਗੁਰੂ ਸਾਹਿਬ ਇੱਕੋ ਹੀ ਸਿੱਖਿਆ ਦਿੰਦੇ ਆ ਕਿ ਤੂੰ ਨਿਰੰਕਾਰ ਨਾਲ ਪ੍ਰੀਤ ਪਾ, ਸੱਚੀ ਪ੍ਰੀਤ ਉਹਦੇ ਨਾਲ ਜੋੜ, ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਆ ਜਗਤ ਵਾਲੀ ਪ੍ਰੀਤ ਝੂਠੀ ਹੈ, ਤੂੰ ਉਹਦੇ ਨਾਲ ਸੱਚੀ ਪਾਏਗਾ ਤਾਂ ਫਿਰ ਉਹਦੇ ਨਾਮ ਦਾ ਸਿਮਰਨ ਕੀ ਰਿੜਕਣਾ। ਜਿਵੇਂ ਜਿਵੇਂ ਤੂੰ ਉਹਨੂੰ ਸਿਮਰੇਗਾ, ਚੇਤੇ ਕਰੇਗਾ, ਤਿਵੇਂ ਤਿਵੇਂ ਉਹ ਪ੍ਰਗਟ ਹੋ ਜਾਏਗਾ। ਪਰ ਗੁਰੂ ਦੀ ਸਿੱਖਿਆ ਤੋਂ ਬਿਨਾਂ ਗੱਲ ਨਹੀਂ ਬਣਨੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਗੱਲ ਸਮਝ ਨਹੀਂ ਆਏਗੀ। ਇਸ ਲਈ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰ ਸਾਖੀ ਗੁਰੂ ਦੀ ਸਿੱਖਿਆ ਦੇ ਰਾਹੀਂ ਇਹ ਜੋਤ ਪ੍ਰਗਟ ਹੋਏਗੀ। ਜੋ ਤਿਸ ਭਾਵੈ ਸੋ ਆਰਤੀ ਹੋਏ। ਇਸ ਲਈ ਪੰਡਤ ਜੀ ਜੋ ਤਿਸ ਭਾਵ, ਜੋ ਉਹਨੂੰ ਪਾਉਂਦੀ ਹੈ ਉਹ ਅਸਲ ਵਿੱਚ ਆਰਤੀ ਹੈ, ਜਿਹੜੀ ਉਹਨੂੰ ਪਾਉਂਦੀ ਹੋਈ ਨਹੀਂ ਉਹ ਆਰਤੀ ਨਹੀਂ ਹੋ ਸਕਦੀ। ਇਸ ਲਈ ਕੁਦਰਤ ਹੀ ਉਹਦੀ ਆਰਤੀ ਕਰ ਰਹੀ ਹੈ, ਹਵਾ ਦੇ ਰੂਪ ਵਿੱਚ, ਸੂਰਜ ਚੰਦਰਮਾ ਤਾਰਿਆਂ ਦੇ ਰੂਪ ਵਿੱਚ, ਬਨਸਪਤੀ ਦੇ ਫੁੱਲਾਂ ਦੇ ਰੂਪ ਵਿੱਚ, ਔਰ ਸੁਗੰਧੀ ਦੇਣ ਵਾਲੇ ਚੰਦਨ ਦੇ ਰੂਪ ਵਿੱਚ ਉਹਦੀ ਆਰਤੀ ਤਾਂ ਹੋ ਹੀ ਰਹੀ ਹੈ ਕੁਦਰਤੀ ਤੌਰ ਤੇ। ਉਹ ਆਪਣੀ ਆਰਤੀ ਕੁਦਰਤ ਵੱਲੋਂ ਵਾਹਿਗੁਰੂ ਆਪ ਹੀ ਕਰਵਾ ਰਹੇ ਆ। ਇਸ ਲਈ ਜਿਹੜੀ ਆਰਤੀ ਉਹਨੂੰ ਪਾਉਂਦੀ ਹੈ ਉਹੀ ਆਰਤੀ ਹੁੰਦੀ ਹੈ, ਤੇ ਸਾਨੂੰ ਵੀ ਉਸੇ ਤਰ੍ਹਾਂ ਉਹਦੀ ਆਰਤੀ ਕਰਨੀ ਚਾਹੀਦੀ ਹੈ। ਹਰਿ ਚਰਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿ ਆਈ ਪਿਆਸਾ। ਹੇ ਵਾਹਿਗੁਰੂ ਜੀ, ਚਰਨ ਕਮਲ, ਤੁਹਾਡੇ ਜਿਹੜੇ ਚਰਨ ਨੇ ਉਹ ਕਮਲ ਵਰਗੇ ਨੇ, ਪਾਕ ਪਵਿੱਤਰ, ਸੁਗੰਧੀ ਦੇ ਨਾਲ ਭਰੇ ਹੋਏ ਨੇ, ਵਿਕਾਰਾਂ ਤੋਂ ਰਹਿਤ ਨੇ ਤੁਹਾਡੇ ਪਾਕ ਪਵਿੱਤਰ ਚਰਨ। ਮਕਰੰਦ ਜਿਹੜਾ ਗੁਲਾਬ ਦਾ ਰਸ ਹੁੰਦਾ ਹੈ, ਕਹਿੰਦੇ ਨੇ ਆ ਜਿਹੜਾ ਸਾਡੇ ਲਈ ਜਿਹੜਾ ਮਕਰੰਦ ਹੈ ਨਾ ਉਹ ਤੁਹਾਡੇ ਚਰਨ ਨੇ। ਲੋਭਿਤ ਮਨੋ, ਮੇਰਾ ਮਨ ਲੋਭਿਤ ਹੋ ਰਿਹਾ ਹੈ, ਮੇਰਾ ਮਨ ਮੋਹਿਤ ਹੋ ਰਿਹਾ ਹੈ ਤੁਹਾਡੇ ਚਰਨਾਂ ਵਿੱਚ ਜੁੜਨ ਵਾਸਤੇ, ਕਿਉਂਕਿ ਤੁਹਾਡੇ ਚਰਨ ਕਮਲ ਵਰਗੇ ਨੇ ਤੇ ਮਕਰੰਦ ਵਰਗਾ ਰਸ ਭਰਿਆ ਉਹਦੇ ਵਿੱਚ। ਮਕਰੰਦ ਉਹ ਰਸ ਭਰਿਆ ਪਿਆ ਉਹਦੇ ਵਿੱਚ, ਤੇ ਮੇਰਾ ਮਨ ਲੋਭਿਤ ਹੋ ਰਿਹਾ ਹੈ ਤੁਹਾਡੇ ਚਰਨਾਂ ਵਿੱਚ ਜੁੜਨ ਵਾਸਤੇ। ਇਸ ਲਈ ਅੰਨ ਦਿਨ ਮੋਹੇ ਆਹੀ ਪਿਆਸਾ। ਆਹੀ ਮੈਨੇ ਇਹੀ ਪਿਆਸ ਹੈ ਮੈਨੂੰ, ਦਿਨ ਹੋਵੇ ਰਾਤ ਹੋਵੇ, ਬਸ ਇਹੀ ਪਿਆਸ ਹੈ ਮੈਨੂੰ। ਜਿਵੇਂ ਅੱਜ ਗੁਰੂ ਸਾਹਿਬ ਨੇ ਆਖਿਆ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅੰਨ ਦਿਨ ਨੀਤ, ਖੋਲ ਕਪਟ ਗੁਰ ਮਿਲਿਆ, ਨਾਨਕ ਹਰ ਸੰਗ ਮੀਤ। ਮੈਨੂੰ ਦਰਸ਼ਨਾਂ ਦੀ ਪਿਆਸ ਹੈ ਵਾਹਿਗੁਰੂ ਜੀ, ਦਿਨ ਰਾਤ। ਇਹ ਵੀ ਨਹੀਂ ਕਿ ਕਦੇ ਕਦੇ ਪਿਆਸ ਪੈਦਾ ਹੁੰਦੀ ਹੈ ਜਾਂ ਦਿਨੇ ਹੁੰਦੀ ਹੈ ਜਾਂ ਸਵੇਰੇ ਸ਼ਾਮ, ਨਹੀਂ, ਅੰਨ ਦਿਨ, ਦਿਨ ਰਾਤ 24 ਘੰਟੇ ਇਹ ਪਿਆਸ ਜਿਹੜੀ ਅੰਦਰ ਬਣੀ ਹੋਈ ਹੈ। ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋਏ ਜਾਤੇ ਤੇਰੇ ਨਾਮ ਬਸਾ। ਮੈਂ ਹੁਣ ਪਪੀਹਾ ਆਪਣੇ ਮਨ ਨੂੰ ਬਣਾ ਲਿਆ ਹੈ, ਆਹ ਆਰਤੀ ਕਰੋ ਜੇ ਕਰਨੀ ਆ ਤਾਂ। ਇਹ ਅਕਾਲ ਪੁਰਖ ਜੀ ਤੁਹਾਡੇ ਚਰਨ ਕਮਲ ਵਰਗੇ ਨੇ ਤੇ ਮਕਰੰਦ ਉਹਦੇ ਵਿੱਚ ਰਸ ਭਰਿਆ ਪਿਆ ਹੈ, ਤੇ ਮੈਂ ਪਪੀਹਾ ਬਣ ਕੇ ਆਇਆ, ਮੇਰੀ ਪਿਆਸ ਅੰਦਰ ਦੀ ਬੁਝਾਓ। ਆਰਤੀ ਦਾ ਸ਼ਬਦ ਰੋਜ਼ ਜਦੋਂ ਸੋਦਰ ਦੀ ਬਾਣੀ ਦਾ ਪਾਠ ਹੁੰਦਾ ਹੈ, ਰੋਜ਼ ਗੁਰੂ ਘਰ ਦੇ ਕੀਰਤਨੀਏ ਬੈਠ ਕੇ ਆਰਤੀ ਦਾ ਸ਼ਬਦ ਗਾਇਨ ਕਰਦੇ ਆ, ਤੇ ਉਸ ਆਰਤੀ ਦਾ ਗਾਇਨ ਦਾ ਮਕਸਦ ਹੈ ਕਿ ਸਾਡੇ ਅੰਦਰ ਆ ਪਿਆਸ ਪੈਦਾ ਹੋ ਜਾਏ, ਸਾਡਾ ਮਨ ਬਬੀਹਾ ਬਣ ਜਾਏ, ਤੇ ਸਾਨੂੰ ਕਿਤੇ ਉਹ ਜਲ ਮਿਲ ਜਾਏ ਪੀਣ ਨਾਲ, ਜਿਹਦੇ ਨਾਲ ਸਾਡੇ ਮਨ ਦੀ ਪਿਆਸ ਬੁਝ ਜਾਏ। ਕਿਉਂਕਿ ਪਿਆਸ ਲੱਗੀ ਹੈ ਤਾਂ ਪਾਣੀ ਨਹੀਂ ਬੁਝਾਣੀ ਹੈ। ਜੇ ਪਿਆਸ ਲੱਗੀ ਹੋਵੇ ਤੇ ਆਪਾਂ ਕਹਾਂਗੇ ਵੀ ਭੋਜਨ ਖਾ ਲਈਏ, ਨਹੀਂ, ਅਸੀਂ ਕਹਿੰਦੇ ਪਹਿਲਾਂ ਪਿਆਸ ਲੱਗੀ ਆ, ਪਾਣੀ ਦਿਓ ਪੀਣ ਵਾਸਤੇ। ਹੁਣ ਇੱਥੇ ਕੀ ਆਖਿਆ? ਕਹਿੰਦੇ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ। ਸਾਰੰਗ ਕੀ ਹੈ? ਬਬੀਹਾ, ਪਪੀਹਾ ਜਿਹਨੂੰ ਅਸੀਂ ਕਹਿੰਦੇ ਆ। ਕਹਿੰਦੇ ਇਸ ਮਨ ਰੂਪੀ ਸਾਰੰਗ ਨੂੰ, ਮਨ ਰੂਪੀ ਪਪੀਹੇ ਨੂੰ ਕਿਰਪਾ ਕਰਕੇ ਆਪਣਾ ਨਾਮ ਦਾ ਜਲ ਦੇ ਦਿਓ, ਤਾਂ ਕਿ ਮੇਰੇ ਅੰਦਰ ਨਾਮ ਦਾ ਵਾਸਾ ਹੋ ਜਾਏ ਤੇ ਮੇਰਾ ਮਨ ਅੰਦਰ ਤ੍ਰਿਪਤ ਹੋ ਜਾਏ। ਦੇਖੋ ਮਨ ਜੇ ਕਿਤੇ ਪੁਕਾਰ ਕਰੇ ਨਾ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਇਹ ਮਨ ਕਿਤੇ ਬਬੀਹਾ ਬਣ ਕੇ ਅੰਮ੍ਰਿਤ ਵੇਲੇ ਪੁਕਾਰ ਕਰੇ ਨਾ, ਭਿੰਨੀ ਰੈਣੜੀ ਹੈ ਚਮਕਣ ਤਾਰੇ ਦੇ ਮਾਹੌਲ ਵਿੱਚ, ਜੇ ਕਿਤੇ ਇਹ ਬਬੀਹਾ ਬਣ ਕੇ ਬੋਲੇ ਤਾਂ ਫਿਰ ਜੇ ਬਾਹਰ ਦੇ ਬਬੀਹੇ ਦੀ ਪਿਆਸ ਬੁਝ ਸਕਦੀ ਹੈ ਤੇ ਸਾਡੇ ਮਨ ਰੂਪੀ ਬਬੀਹੇ ਦੀ ਪਿਆਸ ਕਿਉਂ ਨਹੀਂ ਬੁਝੇਗੀ? ਤੇਰੇ ਨਾਮ ਦਾ ਜਲ ਨਿਤਨੇਮ ਦੇ ਰੂਪ ਵਿੱਚ ਕਿਵੇਂ ਨਹੀਂ ਮਿਲੇਗਾ ਸਾਨੂੰ? ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮਿਘ ਨੂੰ ਫਰਮਾਨ ਹੋਵਾ ਵਰਸੋ ਕਿਰਪਾ। ਜੇ ਅਕਾਲ ਪੁਰਖ ਜੀ ਨੇ ਮਿਘ ਨੂੰ, ਬੱਦਲਾਂ ਨੂੰ ਆਖਿਆ ਵੀ ਜਾਓ, ਉਹ ਬਬੀਹਾ ਬੜਾ ਤੜਪ ਰਿਹਾ ਹੈ, ਬੜਾ ਪਿਆਸ ਵਿੱਚ ਤੜਪ ਰਿਹਾ, ਜਾਓ ਪਾਣੀ ਪਿਆਓ ਉਹਨੂੰ, ਤੇ ਸਾਨੂੰ ਫਿਰ ਮਿਘ ਨੂੰ ਫਰਮਾਨ ਹੋਵਾ। ਗੁਰੂ ਗ੍ਰੰਥ ਸਾਹਿਬ ਜੀ ਮਿਘਾ ਗੁਰੂ ਦੇ ਰੂਪ ਵਿੱਚ ਆ ਮਿਘੇ ਨੂੰ ਫਰਮਾਨ ਹੋਇਆ ਵੀ ਆ ਜਿਹੜੇ ਪਪੀਹੇ ਬੈਠੇ ਆ ਨਾ, ਇਹਨਾਂ ਪਪੀਹਾਂ ਦੇ ਉੱਤੇ ਨਾਮ ਦੀ ਬਰਸਾਤ ਕਰ ਦਿਓ, ਤਾਂ ਕਿ ਇਹਨਾਂ ਦੇ ਮਨ ਦੀ ਪਿਆਸ ਬੁਝ ਜਾਏ। ਪਰ ਇੱਥੇ ਪਪੀਹੇ ਬਣ ਕੇ ਬੈਠਣਾ ਕਿਹਦੇ ਕਰਕੇ? ਮਨ ਕਰਕੇ। ਤੇ ਮਨ ਨਹੀਂ ਹਾਜ਼ਰੀ ਲਵਾਉਣੀ ਹੈ, ਤਨ ਨਹੀਂ ਹਾਜ਼ਰੀ ਨਹੀਂ ਜੇ ਲਵਾਉਣੀ। ਇਸ ਲਈ ਸਾਹਿਬ ਜੀ ਨੇ ਆਖਿਆ ਵੀ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰਾ ਨਾਮ ਵਸਾ, ਜਿਹਦੇ ਕਰਕੇ ਤੇਰੇ ਨਾਮ ਵਿੱਚ ਵਸ ਜਾਈਏ, ਜਾਂ ਤੁਹਾਡਾ ਨਾਮ ਸਾਡੇ ਮਨ ਵਿੱਚ ਵਸ ਜਾਏ। ਪਰ ਉਹਨਾਂ ਵੱਲ ਫਿਰ ਵੇਖ ਕੇ ਮਹਾਰਾਜ ਕਹਿੰਦੇ ਆ, ਕਹਿੰਦੇ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਇਹ ਮਲਕ ਜੀ ਆ ਜਿਹੜੀ ਮੈਂ ਛੋਟੀ ਜੀ ਥਾਲ ਦੇ ਵਿੱਚ 4 ਫੁੱਲ ਤੇ 2 ਦੀਵੇ ਦੇਖੇ ਆ, ਇਹ ਕਿੱਦਾਂ ਦੀ ਲੋਕ ਤੇਰੀ ਆਰਤੀ ਕਰਦੇ ਆ? ਇਹਦਾ ਮਤਲਬ ਹਜੇ ਤੱਕ ਇਹਨਾਂ ਨੂੰ ਪਰਮੇਸ਼ਵਰ ਦੀ ਸੋਝੀ ਨਹੀਂ ਹੈ, ਇਹਨਾਂ ਨੂੰ ਗਿਆਨ ਹੀ ਨਹੀਂ ਹੈ ਪਰਮੇਸ਼ਵਰ ਦਾ। ਤੇ ਰੋਜ਼ ਉੱਠ ਕੇ ਗੁਰੂ ਕਾ ਸਿੱਖ ਕੀ ਕਹਿੰਦਾ ਹੈ? ਰੋਜ਼ ਉੱਠ ਕੇ ਕਹਿੰਦਾ, ਗੁਰਾ ਇੱਕ ਦੇਹ ਬੁਝਾਈ
ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਮੇਰੇ ਤੇ ਇੱਕ ਤਰੁੱਟ ਕੇ ਰਹਿਮਤ ਕਰ ਦਿਓ, ਮੈਨੂੰ ਹੋਰ ਕੁਛ ਨਾ ਸੋਝੀ ਦਿਓ, ਬਸ ਇੱਕ ਕਰਤੇ ਦੀ ਸੋਝੀ ਦੇ ਦਿਓ ਤਾਂ ਕਿ ਮੇਰੇ ਮਨ ਤੋਂ ਉਹ ਕਦੇ ਵੀ ਨਾ ਵਿਸਰੇ। ਭਾਵੇਂ ਸਮਾਂ ਦੁੱਖ ਸੁੱਖ ਦਾ ਹੋਵੇ, ਜੇਠ ਹਾੜ ਪੋ ਮਾਘ ਦਾ ਹੋਵੇ, ਜਿਹੜੀ ਮਰਜ਼ੀ ਰੁੱਤ ਹੋਵੇ, ਮੇਰੇ ਅੰਦਰ ਉਹ ਸਦਾ ਨਾਮ ਦਾ ਵਸੇਵਾ ਜਿਹੜਾ ਉਹ ਬਣਿਆ ਰਵੇ, ਅੰਦਰ ਨਿਰੰਤਰ ਨਾਮ ਜਿਹੜਾ ਉਹ ਚੱਲਦਾ ਰਵੇ। ਐਸੀ ਮੈਨੂੰ ਸੋਝੀ ਤੇ ਸਮਝ ਦੇ ਦਿਓ। ਗੁਰੂ ਪਾਤਸ਼ਾਹ ਕਿਰਪਾ ਕਰਨ। ਹੁਣੇ ਜਗਨਨਾਥਪੁਰੀ ਤੇ ਜਗਨਨਾਥ ਦਾ ਜਿਹੜਾ ਮੰਦਿਰ ਹੈ ਨਾ, ਇੱਥੇ ਬੈਠ ਕੇ ਇਸ ਸ਼ਬਦ ਆਰਤੀ ਦਾ ਜਿਹੜਾ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਇਹਨਾਂ ਨੂੰ ਸੁਣ ਕੇ ਹੁਣ ਜਿਹੜੇ ਪੰਡਿਤ ਲੋਕ ਕਹਿੰਦੇ ਸੀ ਵੀ ਤੁਹਾਨੂੰ ਆਰਤੀ ਕਰਨ ਦਾ ਤਰੀਕਾ ਨਹੀਂ ਪਤਾ, ਇੱਥੇ ਹੁਣ ਉਹ ਕੀ ਅੱਗੋਂ ਕਿਸ ਤਰ੍ਹਾਂ ਉਹਨਾਂ ਦਾ ਰੁਖ ਹੋਏਗਾ, ਕਿਵੇਂ ਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨਗੇ, ਉਹ ਅਗਲੇਰੇ ਪ੍ਰਸੰਗ ਦੇ ਵਿੱਚ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੇ ਨਾਲ ਨਾਲ ਅੱਜ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਦੋਵੇਂ ਪਿਓ ਪੁੱਤਰ ਨੇ ਜਿਨ੍ਹਾਂ ਦੀ ਅੱਜ ਸ਼ਹਾਦਤ ਦਾ ਦਿਨ ਹੈ। ਸਰਦਾਰ ਸੁਬੇਗ ਸਿੰਘ ਬੜਾ ਗੁਰਸਿੱਖੀ ਵਾਲਾ ਜੀਵਨ ਹੈ ਇਹਨਾਂ ਦਾ, ਗੁਰੂ ਤੇ ਭਰੋਸਾ ਰੱਖਣ ਵਾਲੇ ਨੇ ਔਰ ਫਾਰਸੀ ਦੇ ਬੜੇ ਮਾਹਰ ਸਨ, ਲਾਹੌਰ ਦੇ ਵਸਨੀਕ ਨੇ, ਫਾਰਸੀ ਦੇ ਬੜੇ ਮਾਹਰ। ਤੇ ਉਸ ਵੇਲੇ ਹੈ ਜ਼ਕਰੀਆ ਖਾਂ, ਤੇ ਜ਼ਕਰੀਆ ਖਾਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ। ਹਾਲਾਂਕਿ ਹੈ ਗੁਰਸਿੱਖ ਨੇ, ਗੁਰੂ ਵੱਲ ਮੁੱਖ ਕਰਕੇ ਚੱਲਣ ਵਾਲੇ ਨੇ, ਨਾਮ ਦੇ ਅਭਿਆਸੀ ਨੇ, ਪਰ ਜ਼ਕਰੀਆ ਖਾਂ ਇਹਨਾਂ ਦਾ ਸਤਿਕਾਰ ਬੜਾ ਕਰਦਾ ਸੀ। ਸਮਾਂ ਆਇਆ ਕਿਉਂਕਿ ਜ਼ਕਰੀਆ ਖਾਂ ਨੇ ਇੱਕ ਮਿੱਥਿਆ ਵੀ ਸੀ ਨਾ ਵੀ ਮੈਂ ਇਹਨਾਂ ਸਿੱਖਾਂ ਦੇ ਨਾਮੋ ਨਿਸ਼ਾਨ ਮਿਟਾ ਦੇਣੇ ਆ, ਮੈਂ ਇਹਨਾਂ ਦਾ ਖੁਰਾ ਖੋਜ ਹੀ ਮਿਟਾ ਕੇ ਰੱਖ ਦੇਣਾ, ਜਿੰਨਾ ਚਿਰ ਮੈਂ ਇਹਨਾਂ ਨੂੰ ਮਿਟਾਉਂਦਾ ਨਹੀਂ ਮੈਂ ਉਹਨਾਂ ਚਿਰ ਮੈਨੂੰ ਚੈਨ ਕੋਈ ਨਹੀਂ ਆਉਣਾ। 1733 ਦੇ ਵਿੱਚ ਇਹਨੇ ਇੱਕ ਦਿੱਲੀ ਦੇ ਬਾਦਸ਼ਾਹ ਨੂੰ ਚਿੱਠੀ ਲਿਖੀ, ਕਹਿਣ ਲੱਗੇ ਵੀ ਮੈਂ ਹਰ ਤਰੀਕੇ ਹੱਥ ਕੰਡੇ ਅਪਣਾ ਕੇ ਤਸੀਹੇ ਦੇ ਦੇ ਕੇ ਥੱਕ ਚੁੱਕਾ, ਪਰ ਇਹ ਨਹੀਂ ਮਿਟਦੇ, ਨਾ ਇਹ ਝੁਕਦੇ ਨੇ ਨਾ ਮਿਟਦੇ ਨੇ। ਹੁਣ ਆਪਾਂ ਨੂੰ ਥੋੜੀ ਜਿਹੀ ਨਰਮੀ ਵਰਤਣੀ ਚਾਹੀਦੀ ਹੈ ਵੀ ਇਹਨਾਂ ਨੂੰ ਆਪਾਂ ਕੁਝ ਨਾ ਕੁਝ ਤੋਹਫਾ ਦੇ ਦਈਏ, ਗਿਫਟ ਦੇ ਦਈਏ, ਕੋਈ ਜਗੀਰ ਹੀ ਇਹਨਾਂ ਦੇ ਨਾਮ ਤੇ ਲਵਾ ਦਈਏ ਤਾਂ ਕਿ ਇਹ ਜਿਹੜੇ ਆ ਸਾਡੇ ਨਾਲ ਟਕਰਾਉਣ ਨਾ। ਵੀ ਅਸੀਂ ਸਖਤਾਈ ਕਰਕੇ ਵੇਖ ਲਈਏ, ਨਰਮੀ ਕਰਕੇ ਵੇਖ ਲਈਏ ਕਿ ਇਹ ਸਾਡੇ ਅੱਗੇ ਝੁਕ ਜਾਣ। ਦਿੱਲੀ ਦੇ ਨਵਾਬ ਨੇ ਆਖਿਆ ਵੀ ਠੀਕ ਹੈ ਜ਼ਕਰੀਆ ਖਾਂ, ਜਿਵੇਂ ਤੈਨੂੰ ਠੀਕ ਲੱਗਦਾ ਹੈ। ਇਹਨੇ ਫਿਰ ਭਾਈ ਸੁਬੇਗ ਸਿੰਘ ਜੀ ਨੂੰ, ਕਿਉਂਕਿ ਇਹਦਾ ਸਤਿਕਾਰ ਕਰਦਾ ਸੀ, ਇਹਨੇ ਭਾਈ ਸੁਬੇਗ ਸਿੰਘ ਨੂੰ ਆਖਿਆ ਵੀ ਇਦਾਂ ਕਰ, ਆ ਲੈ ਨਵਾਬੀ, ਆਹ ਜਿਹੜੀਆਂ ਜਗੀਰ ਉਹਨਾਂ ਦੇ ਨਾਮ ਤੇ ਲਵਾਉਣਾ, ਜਿਹੜਾ 1 ਲੱਖ ਜਿਹੜਾ ਉਸ ਵੇਲੇ ਜਿੰਨੀ ਆਮਦਨ ਹੁੰਦੀ ਸੀ ਉਸ ਜਗੀਰ ਵਿੱਚੋਂ ਉਹ ਸਾਰੀ ਸਿੱਖਾਂ ਦੇ ਨਾਮ ਤੇ ਮੈਂ ਕਰਦਾ। ਭਾਈ ਸੁਬੇਗ ਸਿੰਘ ਜੀ ਉਹ ਨਵਾਬੀ ਲੈ ਕੇ ਅੰਮ੍ਰਿਤਸਰ ਸਾਹਿਬ, ਉਸ ਵੇਲੇ ਅਕਾਲ ਤਖਤ ਸਾਹਿਬ ਤੇ ਸਾਰੇ ਜੁੜੇ ਬੈਠੇ ਸਨ, ਆਏ, ਆ ਕੇ ਸਾਰੀ ਸੰਗਤ ਵਿੱਚ ਹੱਥ ਜੋੜ ਕੇ ਆਖਿਆ ਵੀ ਮੈਂ ਲਾਹੌਰ ਤੋਂ ਜ਼ਕਰੀਆ ਖਾਂ ਦੇ ਕਹਿਣ ਉੱਤੇ ਇਹ ਨਵਾਬੀ ਸਿੱਖਾਂ ਨੂੰ, ਕੌਮ ਨੂੰ ਦੇਣ ਵਾਸਤੇ ਆਇਆ। ਉਸ ਵੇਲੇ ਕਹਿੰਦੇ ਨੇ ਕਿਸੇ ਨੇ ਹਾਮੀ ਨਹੀਂ ਭਰੀ। ਸਰਦਾਰ ਦਰਬਾਰਾ ਸਿੰਘ ਜੀ ਉੱਥੇ ਮੌਜੂਦ ਸਨ, ਉਹਨਾਂ ਨੂੰ ਆਖਿਆ ਵੀ ਇਹ ਨਵਾਬੀ ਤੁਸੀਂ ਲੈ ਲਓ। ਉਹ ਕਹਿੰਦੇ ਨਹੀਂ, ਰਾਜ ਖਾਲਸਾ ਕਰਦਾ ਹੈ ਤੇ ਜਦੋਂ ਰਾਜ ਖਾਲਸਾ ਕਰਦਾ ਤੇ ਉਹਨੂੰ ਰਾਜ ਲੈਣਾ ਵੀ ਆਉਂਦਾ ਹੈ, ਇਹ ਮੈਂ ਨਵਾਬੀ ਨਹੀਂ ਲੈ ਸਕਦਾ। ਆਪ ਜੀ ਨੂੰ ਪਤਾ ਹੈ ਕਿ ਜਦੋਂ ਸਰਦਾਰ ਬਘੇਲ ਸਿੰਘ ਉਹਨਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆਂ, ਸਰਦਾਰ ਜੱਸਾ ਸਿੰਘ ਰਾਮਗੜੀਆ ਲਾਲ ਕਿਲੇ ਤੇ ਜਿਸ ਵੇਲੇ ਉਹਨਾਂ ਨੇ ਫਤਿਹ ਬੁਲਾਈ ਸੀ ਜਿੱਤ ਕੇ, ਉਹਨਾਂ ਆਖਿਆ ਸੀ ਤਖਤ ਤੇ ਬੈਠੋ, ਉਹਨਾਂ ਆਖਿਆ ਨਹੀਂ, ਤਖਤਾਂ ਦਾ ਮਾਲਕ ਤੇ ਇੱਕੋ ਹੀ ਹੈ, ਅਸੀਂ ਨਹੀਂ ਤਖਤਾਂ ਤੇ ਬਹਿ ਸਕਦੇ। ਜਦੋਂ ਉਹ ਸਿੱਲ ਪੁੱਟ ਕੇ ਲਿਆਏ ਸੀ ਅੰਮ੍ਰਿਤਸਰ ਸਾਹਿਬ, ਉਹਨਾਂ ਆਖਿਆ ਵੀ ਰਾਜ ਖਾਲਸੇ ਦਾ ਤੇ ਖਾਲਸਾ ਰਾਜ ਕਰਨਾ ਜਾਣਦਾ ਹੈ, ਇਦਾਂ ਨਹੀਂ ਲੈ ਸਕਦਾ। ਸਰਦਾਰ ਸੁਬੇਗ ਸਿੰਘ ਉਹਨਾਂ ਨੇ ਸਲਾਹ ਦਿੱਤੀ ਵੀ ਇਦਾਂ ਨਾ ਕਰੋ, ਜੇ ਹੁਣ ਉਹਨੇ ਤੁਹਾਨੂੰ ਨਵਾਬੀ ਦਿੱਤੀ ਹੈ ਤੇ ਕਬੂਲ ਕਰ ਲਓ, ਇਹ ਲੈ ਲਓ, ਹੁਣ ਇਹਦੇ ਵਿੱਚ ਹੀ ਜਿਹੜਾ ਆਉਣ ਵਾਲੇ ਸਮੇਂ 'ਚ ਕੁਝ ਭਲਾ ਹੋਵੇਗਾ। ਕਹਿੰਦੇ ਨੇ ਸਰਦਾਰ ਕਪੂਰ ਸਿੰਘ ਜਿਹੜੇ ਨੇ ਇਹ ਘੋੜਿਆਂ ਦੇ ਤਬੇਲੇ ਵਿੱਚ ਘੋੜਿਆਂ ਦੀ ਸੇਵਾ ਕਰਿਆ ਕਰਦੇ ਸੀ, ਲਿੱਦ ਚੁੱਕਣੀ ਇਹ ਆਦਿਕ ਸੇਵਾ। ਉਹਦੇ ਤੋਂ ਬਾਅਦ ਇਹ ਸੰਗਤ ਵਿੱਚ ਖਲੋ ਕੇ ਪੱਖਾਂ ਚੱਲਣ ਦੀ ਸੇਵਾ ਕਰਦੇ ਸੀ। ਉੱਦਾਂ ਇਹਨਾਂ ਨੇ ਘੋੜਿਆਂ ਦੇ ਤਬੇਲੇ ਵਿੱਚ ਸੇਵਾ ਨਿਭਾਉਣੀ, ਤੇ ਜਦੋਂ ਕਹਿੰਦੇ ਟਾਈਮ ਨਿਕਲਣਾ, ਸਮਾਂ ਲੱਗਣਾ, ਤੇ ਸੰਗਤ ਵਿੱਚ ਖਲੋ ਕੇ ਪੱਖੇ ਹੁੰਦੇ ਸੀ, ਤੁਸੀਂ ਬਜ਼ੁਰਗਾਂ ਨੇ ਵੇਖੇ ਹੋਏ ਆ ਉਹ ਵੱਡੇ ਵੱਡੇ ਪੱਖੇ, ਜਿਨ੍ਹਾਂ ਨੂੰ ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ, ਅੱਜ ਦੇਖੋ ਸਾਡੇ ਸਰੀਰ ਕਿੱਦਾਂ ਦੇ ਹੋ ਗਏ ਆ, ਪੱਖਾ ਵੱਡਾ ਚੱਲਣਾ ਸੌਖਾ ਨਹੀਂ ਸੀ ਹੁੰਦਾ, ਭਾਰੀ ਹੁੰਦਾ ਸੀ, ਉਹ ਬਾਹਾਂ ਦਾ ਜ਼ੋਰ ਲੱਗਦਾ ਸੀ ਜਦੋਂ ਸਾਰੀ ਸੰਗਤ ਤੇ ਪੱਖਾ ਚੱਲਣਾ। ਅੱਜ ਆਪਣੇ ਨਾਲ ਪੱਖੀ ਆਪਣੇ ਤੇ ਵੀ ਚੱਲਣੀ ਹੋਵੇ ਨਾ ਤਾਂ ਵੀ ਬੰਦਾ ਕਹਿੰਦਾ ਤੂੰ ਚੱਲਦੇ, ਮੇਰੀ ਬਾਂਹ ਦੁਖਣ ਲੱਗੀ ਆ, ਅਸੀਂ ਤੇ ਪੱਖੀ ਨਹੀਂ ਚੱਲ ਸਕਦੇ, ਆਪਾਂ ਪੱਖਾ ਕਿੱਥੋਂ ਚੱਲਾਂਗੇ, ਏਡਾ ਵੱਡਾ ਆਹ ਹਾਲਤ ਹੋ ਚੁੱਕੀ ਆ, ਵਾਹਿਗੁਰੂ ਮਾਫ ਕਰਨਾ। ਕਹਿੰਦੇ ਨੇ ਪੱਖਾ ਚੱਲ ਰਹੀ ਸੀ, ਸਾਰੀ ਸੰਗਤ ਨੇ ਫੈਸਲਾ ਕੀਤਾ ਵੀ ਇਹ ਨਵਾਬੀ ਸਰਦਾਰ ਕਪੂਰ ਸਿੰਘ ਜੀ ਨੂੰ ਦੇ ਦਿਓ। ਸਾਰਿਆਂ ਨੇ ਆਖਿਆ ਭਾਈ ਕਪੂਰ ਸਿੰਘ ਜੀ ਇਹ ਨਵਾਬੀ ਤੁਹਾਡੀ ਝੋਲੀ ਵਿੱਚ ਪਾਉਣੀ ਆ। ਉਹਨਾਂ ਆਖਿਆ ਵੈਸੇ ਤੇ ਮੇਰੀ ਤਮੰਨਾ ਨਹੀਂ। ਪਹਿਲਾਂ ਉਹਨਾਂ ਨੇ ਵੀ ਇਨਕਾਰ ਕੀਤਾ ਕਿਉਂਕਿ ਕਹਿਣ ਲੱਗੇ ਆ ਸੇਵਾ ਖੁੰਝ ਜਾਣੀ ਆ ਜਦੋਂ ਮੈਨੂੰ ਤੁਸੀਂ ਨਵਾਬੀ, ਤੇ ਮੈਂ ਕਿਸੇ ਹਾਲਤ ਵਿੱਚ ਵੀ ਗੁਰੂ ਕੇ ਪਿਆਰਿਆਂ ਦੀ ਸੰਗਤ ਦੀ ਸੇਵਾ ਨਹੀਂ ਛੱਡ ਸਕਦਾ। ਪਰ ਚਲੋ ਖਾਲਸੇ ਨੇ ਫੈਸਲਾ ਕੀਤਾ, ਮੈਂ ਖਾਲਸੇ ਦਾ ਵਚਨ ਮੋੜ ਨਹੀਂ ਸਕਦਾ, ਪਰ ਇੱਕ ਕੰਮ ਕਰੋ, 5 ਸਿੰਘ ਸਹਿਬਾਨ ਦੇ ਚਰਨ ਇਸ ਨਵਾਬੀ ਨੂੰ ਲਾਓ। ਜਦੋਂ 5 ਸਿੰਘ ਸਹਿਬਾਨ ਇਸ ਨਵਾਬੀ ਨੂੰ ਚਰਨ ਲਾਉਣਗੇ ਤਾਂ ਮੈਂ ਝੋਲੀ ਵਿੱਚ ਨਵਾਬੀ ਪਾਉਣੀ ਆ। 5 ਸਿੰਘ ਸਹਿਬਾਨ ਦੇ ਚਰਨ ਛੁਆਏ, ਫਿਰ ਉਹ ਨਵਾਬੀ ਜਿਹੜੀ ਦਿੱਤੀ ਤੇ ਨਵਾਬ ਕਪੂਰ ਸਿੰਘ ਬਣਿਆ। ਸਮਾਂ ਚਲੋ ਆਪਣੀ ਚਾਲ ਚੱਲਦਾ ਗਿਆ। ਇਹਨਾਂ ਦਾ ਪੁੱਤਰ ਹੈ ਗੱਭਰੂ ਨੌਜਵਾਨ ਪੁੱਤਰ, ਬੜਾ ਸੁੰਦਰ ਸੀ। ਵੈਸੇ ਤਾਂ ਗੁਰੂ ਸਾਹਿਬ ਨੇ ਸਾਨੂੰ ਬੜੀ ਸੁੰਦਰਤਾ ਦਿੱਤੀ ਹੈ, ਆ 5 ਕਕਾਰ ਪਾਏ ਹੋਣ ਤੇ ਦਾੜਾ ਪਰ ਜਿਹੜਾ ਸੁੰਦਰ ਹੋਵੇ, ਦਸਤਾਰ ਸੋਹਣੀ ਹੋਵੇ, ਹੱਥ 'ਚ ਕੜਾ ਹੋਵੇ, ਮੁਕਾਬਲਾ ਕੌਣ ਕਰ ਸਕਦਾ ਇਸ ਸੁੰਦਰਤਾ ਦਾ? ਉਹਦੀ ਬਰਾਬਰੀ ਕੌਣ ਕਰ ਸਕਦਾ? ਜਿਹੜੀ ਕੁਦਰਤੀ ਤੌਰ ਤੇ ਸੁੰਦਰਤਾ ਮਾਲਕ ਨੇ, ਬਣਾਵਟੀ ਤੌਰ ਤੇ ਬੜਾ ਕੁਝ ਚੱਲਦਾ ਆਪਾਂ ਨੂੰ ਪਤਾ ਹੈ, ਇੱਕ ਕੁਦਰਤੀ ਸੁੰਦਰਤਾ ਦਿੱਤੀ ਹੈ ਮਾਲਕ ਨੇ ਸਾਨੂੰ। ਕਹਿੰਦੇ ਇਹਦਾ ਨੌਜਵਾਨ ਇਹ ਮਦਰਸੇ ਵਿੱਚ ਪੜ੍ਹਨ ਜਾਂਦਾ ਸੀ, ਅਰਬੀ ਫਾਰਸੀ ਪੜ੍ਹਨ ਵਾਸਤੇ ਜਾਂਦਾ ਸੀ। ਕਾਜੀ ਦਾ ਮਨ ਬੇਈਮਾਨ ਹੋ ਗਿਆ ਜਿਹੜਾ ਪੜ੍ਹਾਉਣ ਵਾਲਾ ਸੀ, ਉਹਨੇ ਆਖਿਆ ਇਸਲਾਮ ਵਿੱਚ ਲੈ ਕੇ ਆਉਣਾ ਇਸ ਨੌਜਵਾਨ ਗੱਭਰੂ ਨੂੰ। ਪਰ ਜਦੋਂ ਕਹਿੰਦੇ ਵੀ ਮੈਂ ਮਦਰਸੇ ਵਿੱਚ ਠੀਕ ਹੈ ਫਾਰਸੀ ਉਰਦੂ ਇਹ ਪੜ੍ਹਨ ਲਈ ਆਉਣਾ, ਪਰ ਮੈਂ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ। ਭਾਸ਼ਾਵਾਂ ਸਾਰੀਆਂ, ਬੇਨਤੀ ਹੈ ਭਾਸ਼ਾਵਾਂ ਸਾਰੀਆਂ ਸਿੱਖੋ, ਪਰ ਆਪਣੀ ਮਾਤ ਬੋਲੀ ਪੰਜਾਬੀ ਗੁਰਮੁਖੀ ਨੂੰ ਨਾ ਭੁੱਲੋ। ਇਹਨੂੰ ਪੇਂਡੂ ਕਹਿ ਕੇ ਇਹਨੂੰ ਨਕਾਰੋ ਨਾ। ਜੇ ਕੋਈ ਪੰਜਾਬੀ ਠੇਠ ਪੰਜਾਬੀ ਬੋਲਦਾ ਹੈ, ਅਸੀਂ ਕਹਿੰਦੇ ਲਓ ਜੀ ਇਹ ਤੇ ਪੇਂਡੂ ਲੱਗਦਾ, ਅਸੀਂ ਆਪਣੀ ਮਾਂ ਬੋਲੀ ਨੂੰ ਕਿੱਥੇ ਲਿਆ ਰਹੇ ਹਾਂ? ਆਪ ਹੀ ਅਸੀਂ ਉਹਨੂੰ ਨੀਵਾਂ ਲਿਜਾ ਰਹੇ ਹਾਂ। ਪਰ ਜੇ ਤੁਸੀਂ ਗੁਰਮੁਖੀ ਤੋਂ ਪੰਜਾਬੀ ਅੱਖਰਾਂ ਤੋਂ ਮੂੰਹ ਮੋੜੋਗੇ, ਉਹਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਤੋਂ ਮੁੱਖ ਮੋੜਨਾ। ਇਹ ਧਿਆਨ ਰੱਖਿਓ। ਉਹਨੇ ਆਖਿਆ ਜੋ ਮਰਜ਼ੀ ਹੋ ਜਾਏ, ਮੈਂ ਗੁਰੂ ਤੋਂ ਬੇਮੁਖ ਨਹੀਂ ਹੋਣਾ। ਉਹਨੇ ਝੂਠੀ ਸ਼ਿਕਾਇਤ ਲਾ ਦਿੱਤੀ। ਇਸ ਤੋਂ ਪਹਿਲਾਂ ਜ਼ਕਰੀਆ ਖਾਂ ਮਰ ਚੁੱਕਾ ਹੈ, ਭਾਈ ਤਾਰੂ ਸਿੰਘ ਦੀ ਸ਼ਹੀਦੀ ਹੋਈ ਨਾ, ਤੇ ਜ਼ਕਰੀਆ ਖਾਂ ਜਿਹੜਾ ਉਹ ਮਰ ਚੁੱਕਾ, ਇਹਦਾ ਪੁੱਤਰ ਹੈ ਯਹੀਆਂ ਖਾਂ। ਯਹੀਆਂ ਖਾਂ ਬਣਿਆ। ਜਦੋਂ ਅਜੇ ਜ਼ਕਰੀਆ ਖਾਂ ਮੌਜੂਦ ਸੀ, ਇਹ ਦੋਵਾਂ ਪਿਓ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਿਆ। ਉਹ ਭੁੱਲ ਗਿਆ ਜ਼ਕਰੀਆ ਖਾਂ ਕਿ ਮੈਂ ਸੁਬੇਗ ਸਿੰਘ ਦਾ ਕਿੰਨਾ ਸਤਿਕਾਰ ਕਰਦਾ। ਜਦੋਂ ਉਹਨੇ ਕਾਜੀ ਨੇ ਝੂਠੀ ਤਹਿਮਤ ਲਾ ਦਿੱਤੀ ਕਿ ਇਹਨਾਂ ਨੇ ਇਸਲਾਮ ਧਰਮ ਦੀ ਜਿਹੜੀ ਆ ਉਹ ਬੇਅਦਬੀ ਕੀਤੀ ਆ, ਇਹਨਾਂ ਨੇ ਅਪਸ਼ਬਦ ਬੋਲੇ ਨੇ, ਉਸੇ ਵੇਲੇ ਪਿਓ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ। ਜਾਂ ਕਈਆਂ ਦਾ ਕਹਿਣਾ ਹੈ ਕਿ ਕਾਜੀ ਚਾਹੁੰਦਾ ਸੀ ਮੇਰੀ ਧੀ ਦੇ ਨਾਲ ਇਹਦਾ ਨਿਕਾਹ ਕਰ ਦੇਵਾਂ, ਪਰ ਉਹਨੇ ਆਖਿਆ ਸੀ ਨਹੀਂ, ਸ਼ਾਹਬਾਜ਼ ਸਿੰਘ ਕਹਿੰਦੇ ਆ ਨਹੀਂ, ਮੈਂ ਤੇਰੀ ਧੀ ਨਾਲ ਨਿਕਾਹ ਨਹੀਂ ਕਰ ਸਕਦਾ। ਉਹਨੇ ਫਿਰ ਮਨ ਘੜਤ ਕਹਾਣੀ ਬਣਾ ਕੇ ਦੋਵਾਂ ਨੂੰ ਗ੍ਰਿਫਤਾਰ ਕਰਾ ਲਿਆ। ਜ਼ਕਰੀਆ ਖਾਂ ਇਹਨਾਂ ਦਿਨਾਂ ਵਿੱਚ ਮਰ ਗਿਆ, ਤੇ ਜਦੋਂ ਮਰਿਆ ਇਹਦਾ ਪੁੱਤਰ ਯਹੀਆਂ ਖਾਂ ਬਣਿਆ। ਉਹ ਉਹਦੇ ਨਾਲੋਂ ਵੀ ਕੱਟੜ ਸੀ। ਉਹਨੇ ਆਖਿਆ ਇਹਨਾਂ ਨੂੰ ਲਿਆਓ ਦੋਵਾਂ ਨੂੰ, ਇਹਨਾਂ ਨੂੰ ਕਹੋ ਇਸਲਾਮ ਕਬੂਲ ਹੈ। ਉਹ ਕਹਿਣ ਲੱਗੇ ਨਹੀਂ, ਇਸਲਾਮ ਕਬੂਲ ਨਹੀਂ, ਬਸ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ।
ਦੋਵਾਂ ਨੂੰ ਅਲੱਗ-ਅਲੱਗ ਕਰਕੇ ਵੀ ਕਿਹਾ ਵੀ ਤੇਰੇ ਪਿਤਾ ਤਾਂ ਮੰਨ ਗਏ, ਤੂੰ ਕਿਉਂ ਨਹੀਂ ਮੰਨਦਾ? ਉਹ ਕਹਿੰਦੇ ਤੇਰਾ ਪੁੱਤਰ ਤੇ ਮੰਨ ਗਿਆ ਤੂੰ। ਉਹ ਕਹਿੰਦੇ ਨਹੀਂ, ਆਮੋ ਸਾਹਮਣੇ ਕਰੋ। ਜਦੋਂ ਆਮੋ ਸਾਹਮਣੇ ਕੀਤਾ ਤੇ ਪਤਾ ਲੱਗਾ ਨਾ ਪਿਤਾ ਮੰਨਿਆ ਨਾ ਪੁੱਤਰ, ਦੋਵਾਂ ਨੂੰ ਇੱਕ ਦੂਜੇ ਦੇ ਸਾਹਮਣੇ ਚਰਖੜੀ ਤੇ ਚਾੜ ਦਿੱਤਾ। ਇੱਕ ਚਰਖੜੀ ਤੇ ਬੰਨ ਦਿੱਤਾ ਤੇ ਦੂਜੀ ਸਾਹਮਣੇ ਜਿੱਥੇ ਤਿੱਖੇ ਤਿੱਖੇ ਸੂਏ ਹੁੰਦੇ ਆ, ਜਦੋਂ ਉਹ ਘੁੰਮਦੀ ਆ ਤੇ ਜਦੋਂ ਸਾਹਮਣੇ ਵਾਲਾ ਘੁੰਮਦਾ ਤੇ ਉਹ ਸੂਏ ਸਰੀਰ ਵਿੱਚ ਖੁੱਭਦੇ ਆ ਤੇ ਜਦੋਂ ਨਿਕਲਦਾ ਸਰੀਰ ਘੁੰਮ ਕੇ ਉਹ ਸੂਏ ਫਿਰ ਅੰਦਰਾਂ ਕੱਢ ਦਿੰਦਾ ਅੰਦਰ ਦੀਆਂ। ਪਿਓ ਤੇ ਪੁੱਤਰ ਦੇ ਸਾਹਮਣੇ ਇਹ ਸ਼ਹਾਦਤ ਦੇ ਜਾਮ ਜਿਹੜੇ ਆ ਇਹਨਾਂ ਨੂੰ ਪਿਆਏ ਗਏ। ਭਾਵ ਦੋਵਾਂ ਗੁਰੂ ਕੇ ਪਿਆਰਿਆਂ ਨੂੰ ਸਰਦਾਰ ਸੁਬੇਗ ਸਿੰਘ ਤੇ ਸਰਦਾਰ ਸ਼ਾਹਬਾਜ ਸਿੰਘ ਦੋਵੇਂ ਜਿਹੜੇ ਅੱਜ ਦੇ ਦਿਨ ਲਾਹੌਰ ਜਿਹੜਾ ਇਹ ਚਰਖੜੀ ਤੇ ਚੜ੍ਹ ਕੇ ਸ਼ਹਾਦਤ ਦਾ ਜਾਮ ਪੀਂਦੇ ਆ। ਇਹ ਮਕਸਦ ਸ਼ਹੀਦਾਂ ਨੂੰ ਚੇਤੇ ਕਰਨ ਦਾ ਇਹ ਹੈ ਕਿ ਸਾਨੂੰ ਸਮਝ ਆਵੇ ਅੱਜ ਪਿਤਾ ਕਿਸ ਰਾਹ ਤੁਰਿਆ ਪਿਆ ਤੇ ਪੁੱਤਰ ਕਿਸ ਰਾਹ ਤੁਰਿਆ ਪਿਆ। ਪਿਤਾ ਦੀ ਸ਼ਕਲ ਹੋਰ ਨਜ਼ਰ ਆਉਂਦੀ ਹੈ, ਪੁੱਤਰ ਦੀ ਸ਼ਕਲ ਹੋਰ ਨਜ਼ਰ ਆਉਂਦੀ ਆ। ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਹਨਾਂ ਚੋਂ ਸਿੱਖਿਆ ਲੈਣੀ ਚਾਹੀਦੀ ਆ, ਜਿਨ੍ਹਾਂ ਨੇ ਆਪਣਾ ਸਿੱਖੀ ਸਿਦਕ ਨਹੀਂ ਹਾਰਿਆ, ਸਗੋਂ ਸ਼ਹਾਦਤ ਦੇ ਜਾਮ ਚਰਖੀਆਂ ਤੇ ਚੜ੍ਹ ਕੇ ਜਾਮ ਪੀਤੇ ਨੇ, ਪਰ ਉਹਨਾਂ ਨੇ ਸਿੱਖੀ ਤੋਂ ਮੂੰਹ ਨਹੀਂ ਮੋੜਿਆ। ਗੁਰੂ ਸਾਹਿਬ ਕਿਰਪਾ ਕਰਨ। ਅਸੀਂ ਵੀ ਅਰਦਾਸਾਂ ਕਰੀਏ ਕਿ ਸਤਿਗੁਰੂ ਸਾਡੇ ਪਰਿਵਾਰ ਵਿੱਚ ਇੰਨੀ ਕੁ ਰਹਿਮਤ ਵਰਤਾ ਦਿਓ ਕਿ ਭਾਵੇਂ ਘਰ ਦੇ ਵਿੱਚ ਬਜ਼ੁਰਗ ਹੋਵੇ, ਭਾਵੇਂ ਪਿਤਾ ਹੋਵੇ, ਪੁੱਤਰ ਹੋਵੇ, ਪੋਤਰਾ ਹੋਵੇ, ਪੜਪੋਤਰਾ ਹੋਵੇ, ਜਿੰਨਾ ਵੀ ਘਰ ਵਿੱਚ ਪਰਿਵਾਰ ਹੈ ਕਿ ਸਿੱਖੀ ਦੇ ਨਾਲ ਕਿਤੇ ਜੁੜ ਜਾਏ ਤੇ ਬਾਣੀ ਦਾ ਧਾਰਨੀ ਬਣ ਜਾਏ। ਤੇ ਜਦੋਂ ਬਾਣੀ ਦਾ ਧਾਰਨੀ ਬਣ ਜਾਏ ਉਸ ਘਰ ਵਿੱਚ ਫਿਰ ਖੁਸ਼ੀਆਂ ਨੇ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਜਿੱਥੇ ਸਾਡਾ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਉੱਥੇ ਆਪਣੇ ਲਈ ਦਾਤ ਖੈਰ ਅਸੀਂ ਮੰਗ ਕੇ ਲੈ ਕੇ ਜਾਣੀ ਆ, ਜਿਹਦੇ ਨਾਲ ਇਹ ਪਿਆਸ ਸਾਡੇ ਮਨ ਨੂੰ ਲੱਗੇ ਤੇ ਗੁਰੂ ਸਾਹਿਬ ਨਾਮ ਦੀ ਬਰਸਾਤ ਸਾਡੇ ਤੇ ਕਰ ਦੇਣ, ਜਿਹਦੇ ਨਾਲ ਸਾਡਾ ਮਨ ਜਿਹੜਾ ਉਹ ਨਾਮ ਦੇ ਜਲ ਦੇ ਨਾਲ ਰੱਜ ਜਾਏ, ਤ੍ਰਿਪਤ ਹੋ ਜਾਏ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਖੋ, ਆਪਣਾ ਨਾਮ ਦੇਖੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਬੇਸਰਨਾ ਹੀ ਦਾਤਾਰ, ਬੇਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਖੋ, ਆਪਣਾ ਨਾਮ ਦੇਖੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਏਗੋ, ਨਾਨਕ ਚਾਓ ਏਗੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਵੋ, ਆਪਣਾ ਨਾਮ ਦੇਵੋ। ਇਹ ਅਰਦਾਸ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਕਰਦੇ ਰਹੀਏ। ਜਿਹੜੇ ਨਿਤਨੇਮ ਅੰਮ੍ਰਿਤ ਵੇਲੇ ਬਾਣੀ ਨਾਲ ਜੁੜੇ ਮੁਬਾਰਕ, ਜਿਹੜੇ ਹਜੇ ਬਾਣੀ ਨਾਲ ਨਹੀਂ ਜੁੜੇ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੇ ਵੀ ਸੀਸ ਤੇ ਮਿਹਰ ਦਾ ਹੱਥ ਰੱਖਣ, ਤਾਂ ਕਿ ਬਾਣੀ ਦੇ ਧਾਰਨੀ ਹੋ ਕੇ ਲੋਕ ਸੁਖੀਏ ਪਰਲੋਕ ਸੋਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।